ਤੁਹਾਡਾ ਆਪਣਾ ਰਿੰਪੀ ਪੰਜਾਬੀ ਲੈ ਕੇ ਅੱਜ ਇੱਕ ਨਵਾਂ ਪ੍ਰੋਗਰਾਮ ਦਾ ਪੰਜਾਬੀ ਆਇਰਲੈਂਡ ਚੈਨਲ ਜਿਹੜਾ ਅਸੀਂ ਸ਼ੁਰੂ ਕਰਨ ਲੱਗੇ ਹਾਂ। ਸ਼ੁਰੂਆਤ ਅਸੀਂ ਬਹੁਤ ਹੀ ਵਧੀਆ ਸ਼ਖਸੀਅਤ ਜਿਹੜੇ ਕਿ ਵਿਦੇਸ਼ਾਂ ਦੇ ਵਿੱਚ ਆਪਣੇ ਚੰਗੀਆਂ ਸੁਪਨਿਆਂ ਨੂੰ ਲੈ ਕੇ ਤੇ ਨਾਲ ਉਹਨਾਂ ਨੇ ਆਪਣੀ ਕਾਬਲੀਅਤ ਦੇ ਹਿਸਾਬ ਨਾਲ ਬਹੁਤ ਉਚਾਈਆਂ ਨੂੰ ਛੂਹਿਆ। ਉਹਨਾਂ ਸਾਰੇ ਲੋਕਾਂ ਦੀ ਅਸੀਂ ਪੂਰੀ ਦੀ ਪੂਰੀ ਫਿਲਮ ਡਾਕੂਮੈਂਟਰੀ ਬਣਾ ਕੇ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ। ਪਰ ਸ਼ੁਰੂਆਤ ਅਸੀਂ ਕਰ ਰਹੇ ਹਾਂ ਡਾਕਟਰ ਜਸਵੀਰ ਸਿੰਘ ਪੁਰੀ ਨੇ, ਜਿਹੜੇ ਆਇਰਲੈਂਡ ਦੇ ਵਿੱਚ ਕਾਫੀ ਤੌਰ 'ਤੇ ਸਮਾਜਿਕ ਤੌਰ 'ਤੇ ਰਿਲੀਜਨ ਤੌਰ 'ਤੇ ਸਕੋਲਰ ਵੀ ਨੇ, ਡਾਕਟਰ ਵੀ ਨੇ। ਉਹਨਾਂ ਦੀ ਜ਼ਿੰਦਗੀ ਬਾਰੇ ਸਾਰਾ ਕੁਝ ਝਾਤ ਮਾਰਾਂਗੇ। ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਜਿੰਨੇ ਵੀ ਆਇਰਲੈਂਡ ਦੇ ਵਿੱਚ ਸਾਡੇ ਆਪਣੀ ਕਮਿਊਨਿਟੀ ਹੈ ਜਿਨ੍ਹਾਂ ਨੇ ਮੱਲਾਂ ਮਾਰੀਆਂ ਨੇ, ਉਹਨਾਂ ਦੀ ਸਾਰੀ ਤਸਵੀਰ ਅਸੀਂ ਆਪਣੇ ਦਾ ਪੰਜਾਬੀ ਆਇਰਲੈਂਡ ਦਾ ਜਿਹੜਾ ਚੈਨਲ ਹੈ ਤੇ ਲੈ ਕੇ ਆਵਾਂਗੇ। ਅਸੀਂ ਬਹੁਤ ਜ਼ਿਆਦਾ ਦਿਲ ਤੋਂ ਸਵਾਗਤ ਕਰਦੇ ਹਾਂ। ਸਾਡੇ ਨਾਲ ਅੱਜ ਸਾਨੂੰ ਖੁਸ਼ੀ ਵੀ ਹੋ ਰਹੀ ਹੈ ਕਿ ਪ੍ਰੋਗਰਾਮ ਦੀ ਜਿਹੜੀ ਹੈ ਜ਼ਿੰਦਗੀ ਦਾ ਸਫ਼ਰ ਸਭ ਤੋਂ ਪਹਿਲਾਂ ਸ਼ੁਰੂਆਤ ਅਸੀਂ ਡਾਕਟਰ ਜਸਵੀਰ ਸਿੰਘ ਪੁਰੀ ਦੇ ਨਾਲ ਕਰ ਰਹੇ ਹਾਂ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਜ਼ਿੰਦਗੀ ਦਾ ਸਫ਼ਰ ਵਿੱਚ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਤੁਹਾਨੂੰ ਇੱਥੇ ਆਇਰਲੈਂਡ ਦੇ ਵਿੱਚ ਕਾਫੀ ਸਾਲ ਹੋ ਗਏ ਨੇ, ਅਸੀਂ ਵੀ ਕਾਫੀ ਦੇਰ ਤੋਂ ਤੁਹਾਨੂੰ ਜਾਣਦੇ ਹਾਂ। ਜ਼ਿੰਦਗੀ ਦਾ ਇਹ ਸਫ਼ਰ ਕਿੱਦਾਂ ਤੇ ਕਿਵੇਂ ਸ਼ੁਰੂ ਹੋਇਆ, ਕਿੱਦਾਂ ਇੱਥੇ ਆਉਣ ਦੇ ਜਿਹੜੇ ਨੇ ਆਸਾਰ ਬਣੇ, ਔਰ ਕੀ ਸੀ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਸ਼ੁਰੂਆਤ ਦੇ ਵਿੱਚ ਇੱਥੇ ਆਏ? ਸਾਰਾ ਕੁਛ ਅੱਜ ਸਾਡੇ ਨਾਲ ਤੁਸੀਂ ਸਾਂਝਾ ਕਰੋ। ਜ਼ਿੰਦਗੀ ਦੀ ਸ਼ੁਰੂਆਤ ਤੇ ਜਨਮ ਤੇ ਮੇਰਾ ਦਿੱਲੀ ਦੇ ਵਿਚਕਾਰ ਹੈਗਾ, ਇੰਡੀਆ ਦੇ ਵਿਚਕਾਰ ਜਨਮ ਹੈ। ਉੱਥੋਂ ਰਹਿ ਕੇ ਸਕੂਲਿੰਗ ਤੋਂ ਬਾਅਦ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਵਿਚਕਾਰ ਜਾ ਕਰ ਮੈਂ ਆਪਣੀ MBBS ਪੋਸਟ ਗ੍ਰੈਜੂਏਸ਼ਨ ਉੱਥੇ ਕੀਤੀ। ਉਹਦਾ 7 ਸਾਲ ਮੈਂ ਇੰਡੀਆ 'ਚ ਹੀ ਰਿਹਾ। 1980 'ਚ ਇੰਡੀਆ ਛੱਡ ਕੇ ਪਹਿਲੇ ਮੈਂ ਈਰਾਨ ਗਿਆ ਸੀ ਤੇ ਈਰਾਨ ਦੇ ਵਿਚਕਾਰ ਥੋੜੀ ਵਾਰ ਸਟਾਰਟ ਹੋਈ। ਉਹਦੇ 3 ਮਹੀਨੇ ਬਾਅਦ ਹੀ ਮੈਂ ਉੱਥੋਂ ਵਾਪਸ ਆ ਕੇ ਜ਼ਾਂਬੀਆ ਚਲਾ ਗਿਆ, ਕਿਉਂਕਿ ਮੇਰੇ ਕੋਲ ਉੱਥੇ ਦਾ ਕੰਟਰੈਕਟ ਹੈਗਾ ਸੀ। ਮੈਂ ਜ਼ਾਂਬੀਆ ਵਿੱਚ ਵਿਚਕਾਰ ਅਫਰੀਕਾ ਦੇ ਵਿਚਕਾਰ ਸਦਰਨ ਨਾਰਦਰਨ ਰੋਡੇਸ਼ੀਆ ਕਹਿੰਦਾ ਸੀ ਪਹਿਲੇ, ਉਹਦੇ ਬਾਅਦ ਜ਼ਾਂਬੀਆ ਕਹਿਲਾਇਆ। ਤੇ ਜ਼ਾਂਬੀਆ ਦੇ ਵਿਚਕਾਰ ਮੈਂ 1988 ਤੱਕ ਰਿਹਾ, ਸਤੰਬਰ 1988। ਜਦੋਂ ਉੱਥੇ 8 ਸਾਲ ਕੰਮ ਕਰਦੇ ਹੋ ਗਏ ਸੀ, ਮੈਂ ਦੇਖ ਰਿਹਾ ਸੀ ਕਿ ਮੇਰੀ ਕੋਈ ਜ਼ਿੰਦਗੀ ਦੇ ਵਿਚਕਾਰ ਆਪਣੀ ਉੱਪਰ ਨਹੀਂ ਜਾ ਰਿਹਾ ਸੀ। ਅਸੀਂ ਆ ਕੇ ਇੱਕ ਸਟੈਂਡ ਸਟਿਲ ਹੋ ਗਏ, ਉੱਥੇ ਠਹਿਰ ਗਏ ਜ਼ਿੰਦਗੀ। ਤੇ ਫਿਰ ਸੋਚਿਆ ਕਿ ਥੋੜੀ ਪੜ੍ਹਾਈ ਕੀਤੀ ਜਾਏ ਦੁਬਾਰਾ ਜਾ ਕੇ ਯੂਰਪ ਦੇ ਵਿਚਕਾਰ। ਇੱਥੇ ਦੀ ਰਜਿਸਟ੍ਰੇਸ਼ਨ ਮੈਨੂੰ ਟੈਂਪਰੇਰੀ ਰਜਿਸਟ੍ਰੇਸ਼ਨ ਮਿਲ ਗਈ ਸੀ ਤੇ ਮੈਂ ਫਿਰ ਇੱਥੇ ਲੈਂਡ ਕਰ ਗਿਆ। ਇਹ ਵਾਰ ਤੁਸੀਂ ਦਿੱਲੀ ਦੇ ਵਿੱਚ ਪੜ੍ਹੇ ਡਾਕਟਰੀ, ਉੱਥੇ ਪ੍ਰੈਕਟਿਸ ਵੀ ਕੀਤੀ, ਉੱਥੇ ਪ੍ਰੈਕਟਿਸ ਕੀਤੀ। ਉਸ ਤੋਂ ਬਾਅਦ ਤੁਸੀਂ ਜ਼ਾਂਬੀਆ ਵੀ ਗਏ। ਤਾਂ ਇੱਥੇ ਆਉਣ ਦਾ ਕੀ ਮਕਸਦ ਸੀ? ਤੁਸੀਂ ਕੋਈ ਪੜ੍ਹਾਈ ਜ਼ਿਆਦਾ ਕਰ ਲਈਏ ਤਾਂ ਕਿ ਅਸੀਂ ਇੰਟਰਨੈਸ਼ਨਲ ਲੈਵਲ ਤੇ ਆਪਣੀ ਪੜ੍ਹਾਈ ਕਰੀਏ। ਇੰਡੀਆ ਦੀ ਪੜ੍ਹਾਈ ਵੀ ਹੈ, ਠੀਕ ਹੈ, ਤੇ ਇੱਥੇ ਜ਼ਿਆਦਾ ਆਇਆ ਬਾਹਰ, ਫਿਰ ਮੈਂ ਕਿਹਾ ਇੱਥੇ ਪੋਸਟ ਗ੍ਰੈਜੂਏਸ਼ਨ ਨਾਲ ਕਰ ਲਈ। ਪਰ ਇੱਥੇ ਤੁਹਾਡਾ ਕੋਈ ਜਾਣਕਾਰ ਸੀ ਜਿਨ੍ਹਾਂ ਨੇ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਜਾਂ ਖੁਦ ਤੁਸੀਂ ਐਸਾ ਕੁਝ ਨਹੀਂ ਸੀ? ਨਹੀਂ, ਮੈਨੂੰ ਪਤਾ ਸੀ ਕਿਉਂਕਿ ਮੈਨੂੰ ਪਹਿਲੀ ਵਾਰੀ ਰਜਿਸਟ੍ਰੇਸ਼ਨ ਮਿਲੀ ਸੀ 1986 ਚ ਇੱਥੇ। ਮੈਂ ਉਸ ਸਮੇਂ ਨਹੀਂ ਆਇਆ ਸੀ। ਉਹਦੇ ਬਾਅਦ ਮੈਂ 1988 ਜਦੋਂ ਅੱਛਾ, ਤੁਸੀਂ ਪਹਿਲਾਂ ਵੀ ਅਪਲਾਈ ਕੀਤਾ ਹੋਵੇਗਾ ਇੱਥੇ ਆਉਣ ਵਾਸਤੇ 1986 ਦੇ ਵਿੱਚ। ਪਰ ਉਦੋਂ ਕੀ ਕਾਰਨ ਸੀ ਜਿਹੜੇ ਕਿ ਤੁਸੀਂ ਇੱਥੇ ਨਹੀਂ ਆ ਸਕੇ? ਕਿਉਂਕਿ ਜ਼ਾਂਬੀਆ ਦੇ ਵਿਚਕਾਰ ਲਾਈਫ ਈਜ਼ੀ ਹੈਗੀ ਸੀ। ਫਿਰ ਸੋਚਿਆ ਕੀ ਕਰਾਂਗੇ, ਜਾ ਕੇ ਦੁਬਾਰਾ ਸੈਟਲ ਕਰਨਾ। ਪਰ ਅਲਟੀਮੇਟਲੀ ਮੈਂ ਦੇਖਿਆ ਕਿ ਉੱਥੇ ਮੇਰਾ ਗੁਜ਼ਾਰਾ ਨਹੀਂ ਹੋ ਰਿਹਾ ਉਹਨਾਂ ਕਈ ਚੀਜ਼ਾਂ ਤੇ। ਮੈਂ ਬੰਦਿਸ਼ਾਂ ਹੋਈ ਦੀਆਂ ਨੇ ਕਈ ਵਾਰੀ ਤੁਸੀਂ ਲਿਮਿਟਿਡ ਕੁਆਲੀਫਿਕੇਸ਼ਨ ਦੇ ਨਾਲ। ਮੈਂ ਸੋਚਿਆ ਕਿਉਂ ਨਾ ਅੱਗੇ ਵਧਿਆ ਜਾਏ ਤੇ ਆਪਣੇ ਆਪ ਨੂੰ ਜੋ 8 ਸਾਲ ਪਿੱਛੇ ਮੈਡੀਕਲ ਦੇ ਵਿਚਕਾਰ ਰਹਿ ਚੁੱਕੇ ਹਨ ਤੇ ਉਹ ਹੁਣ ਆਪਣੇ ਆਪ ਨੂੰ ਮਾਡਰਨ ਕਰ ਲਿੱਤਾ ਜਾਏ। ਫਿਰ ਇੱਥੇ ਆਇਆ ਤੇ ਰਾਇਲ ਕਾਲਜ ਆਫ ਸਰਜਨਸ। ਕਿਹੜੇ ਸਾਲ ਦੇ ਵਿੱਚ ਤੁਸੀਂ ਇੱਥੇ ਆਏ? ਮੈਂ ਨਵੰਬਰ 88 ਦੇ ਵਿਚਕਾਰ 88 ਦੇ ਵਿੱਚ ਆਏ ਇੱਥੇ ਕਾਲਜ ਦੇ ਵਿੱਚ ਐਡਮਿਸ਼ਨ ਲਈ। ਐਡਮਿਸ਼ਨ ਕਾਲਜ ਨਹੀਂ, ਮੈਨੂੰ ਆਂਦੇ ਹੀ ਨੌਕਰੀ ਮਿਲ ਗਈ ਸੀ। ਅੱਛਾ, ਤੁਹਾਨੂੰ ਇੱਥੇ ਜੌਬ ਮਿਲੀ ਤਾਂ ਤੁਸੀਂ ਨਾਲ ਜੌਬ ਦੇ ਨਾਲ ਹੀ ਸਟੱਡੀ ਵੀ ਜਿਹੜੀ ਡਾਕਟਰੀ ਦਾ ਅੱਗੇ ਗਾ ਸਪੈਸ਼ਲਿਟੀ ਜਿਹੜੀ ਤੁਹਾਡੀ ਮੈਡੀਸਨ ਦੇ ਵਿਚਕਾਰ ਕੀ ਹੁੰਦਾ, ਡਾਕਟਰੀ ਦੇ ਵਿਚਕਾਰ ਤੁਸੀਂ ਜੌਬ ਕਰਦੇ ਹੋ ਤੇ ਨਾਲ ਹੀ ਕਾਲਜਿਸ ਦੇ ਫੈਲੋਸ਼ਿਪ ਐਗਜ਼ਾਮ ਦਿੰਦੇ ਹੋ, ਪੋਸਟ ਗ੍ਰੈਜੂਏਸ਼ਨ ਐਗਜ਼ਾਮ। ਤੇ ਉਹ ਮੈਂ ਇੱਥੇ ਨਵੰਬਰ 18 ਦੇ ਵਿਚਕਾਰ ਸੇਂਟ ਲਿਊਕਸ ਹਸਪੀਟਲ ਕਿਲਕੈਨੀ ਜੁਆਇਨ ਕੀਤਾ ਸਭ ਤੋਂ ਪਹਿਲੇ। ਉੱਥੋਂ ਫਿਰ ਚੱਲ ਕੇ ਫਿਰ ਮੈਂ ਦੁਬਾਰਾ ਡਬਲਿਨ ਵਿੱਚ ਮੈਂ 89 ਦੇ ਵਿਚਕਾਰ ਸੇਂਟ ਵਿੰਸੈਂਟ ਹਸਪੀਟਲ ਦੇ ਵਿਚਕਾਰ ਜੌਬ ਮਿਲ ਗਈ। ਫਿਰ ਮੈਂ 1 ਸਾਲ ਕੀਤਾ, ਨਾਲ ਹੀ ਮਕਾਨ ਖਰੀਦ ਲਿਆ ਤੇ ਕੁਝ ਪੈਸੇ ਉੱਥੋਂ ਆਏ ਸਨ। ਆਂਦੇ ਇੱਥੇ ਪਾਮਰਸਟਾਊਨ ਦੇ ਅੰਦਰ ਅਸੀਂ ਆਪਣਾ ਮਕਾਨ ਖਰੀਦ ਕੇ ਮੈਂ ਕਿਹਾ ਕਿ ਬਈ ਮੇਰੇ ਬੱਚੇ ਜਿਹੜੇ ਨੇ, ਮੇਰੇ ਸਭ ਘਰ ਦੇ ਬੰਦੇ ਜਿਹੜੇ ਨੇ, ਉਹਨਾਂ ਦਾ ਐਡਰੈਸ ਇੱਕੋ ਰਹੇ। ਮੈਂ ਚਾਹੇ ਨੌਕਰੀ ਇੱਧਰ ਉੱਧਰ ਕਰਦਾ ਨਾ, ਕਿਉਂਕਿ ਜੂਨੀਅਰ ਆ ਕੇ ਤੁਹਾਨੂੰ ਨੌਕਰੀ ਇੱਧਰ ਉੱਧਰ ਕਰਨੀ ਪੈਂਦੀ ਹੈਗੀ। ਤੇ ਮੈਂ ਕਿਹਾ ਵੀ ਉਹ ਘੱਟ ਤੋਂ ਘੱਟ ਇੱਕ ਜਗ੍ਹਾ ਤੇ ਰਹਿਣ, ਬੱਚੇ ਇੱਕੋ ਸਕੂਲ ਤੇ ਪੜ੍ਹਨ। ਤੇ ਉਸ ਕਰਕੇ ਮਕਾਨ ਖਰੀਦ ਲਿਆ ਸੀ ਅਸੀਂ
ਮਕਾਨ ਦੀ ਤੁਸੀਂ ਗੱਲ ਕੀਤੀ ਤੇ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਇੱਥੇ ਪਹਿਲੇ ਆ ਤਾਂ ਪੂਰੇ ਪਰਿਵਾਰ ਦੇ ਸਮੇਤ ਆ ਗਏ? ਹਾਂਜੀ, ਪਰਿਵਾਰ ਦੇ ਸਮੇਤ ਹੀ। ਪਹਿਲੇ ਮੈਂ ਜਿਸ ਦਿਨ ਆਇਆ ਸੀ ਉਹ ਮੈਂ ਇਕੱਲਾ ਆਇਆ ਸੀ, ਉਹਦੇ 2 ਮਹੀਨੇ ਬਾਅਦ ਹੀ ਮਤਲਬ ਫਰਵਰੀ 89 ਦੇ ਵਿਚਕਾਰ ਮੇਰੀ ਵਾਈਫ ਨੇ ਜੁਆਇਨ ਕੀਤਾ, ਫਿਰ ਬੱਚਿਆਂ ਨੇ ਬਾਅਦ ਵਿੱਚ ਜੁਆਇਨ ਕੀਤਾ। ਤੁਹਾਡੀ ਜੇ ਪਰਿਵਾਰ ਦੀ ਗੱਲ ਕਰੀਏ ਤਾਂ ਤੁਹਾਡੀ ਵਾਈਫ ਤੋਂ ਇਲਾਵਾ ਤੁਹਾਡੇ ਪਰਿਵਾਰ ਦੇ ਵਿੱਚ ਕਿੰਨੇ ਹੋਰ ਨੇ? ਮੇਰੀ ਬੇਟੀ ਹੈਗੀ ਵੱਡੀ, ਔਰ ਉਸਦੇ ਬਾਅਦ ਬੇਟਾ ਹੈਗਾ ਜਸਪ੍ਰੀਤ ਤੇ ਬੇਟੀ ਮਨਮੀਤ ਕੌਰ, ਇਹ ਦੋ ਹੈਗੇ। ਦੋ ਤੁਹਾਡੇ ਬੱਚੇ? ਬੇਟੀ ਦੀ ਸ਼ਾਦੀ ਇੱਥੇ ਹੀ ਇੱਕ ਗੁਰਸਿੱਖ ਪਰਿਵਾਰ ਦੇ ਵਿਚਕਾਰ ਹੋਈ ਹੈ। ਉਸਨੇ ਉਹ ਕਿੰਨੀ ਕੁ ਉਮਰ ਦੀ ਸੀ ਜਦੋਂ ਤੁਹਾਡੇ ਨਾਲ ਇੱਥੇ ਉਹਨਾਂ ਨੇ ਜੁਆਇਨਿੰਗ ਕੀਤਾ? ਪਹਿਲੇ ਬੇਟੀ ਜਦੋਂ ਅਸੀਂ ਉਹਨੇ 12 ਸਾਲ ਦੀ ਸੀ ਜਦੋਂ ਆਈ ਸੀ ਇੱਥੇ, ਫਿਰ ਉਹਨੂੰ ਫਿਰ 92 ਤੱਕ ਉਹਨੇ ਥੋੜੀ 92 ਤੱਕ ਤੇ ਐਜੂਕੇਸ਼ਨ ਕੀਤੀ। ਉਹਦੇ ਬਾਅਦ ਮੈਂ ਦੇਖਿਆ ਕਿ ਥੋੜਾ ਜਿਹਾ ਮਾਹੌਲ ਹੈਗਾ, ਮੈਂ ਵੀ ਬਾਹਰ ਰਹਿੰਦਾ ਹੈਗਾ ਔਰ ਉਹ ਹੈਗਾ, ਤੇ ਉਹਨੂੰ ਅਸੀਂ ਇੰਡੀਆ ਭੇਜਤਾ ਸੀ 10ਵੀਂ ਤੱਕ ਪੜ੍ਹਨ ਦੇ। ਅੱਛਾ, ਉਹਨਾਂ ਨੂੰ ਤਾਂ ਕਿ ਆਪਣੇ ਕਲਚਰ ਤੋਂ ਬਾਹਰ ਨਾ ਆਵੇ। ਤੁਸੀਂ ਦੇਖਿਆ ਕਿ ਇੱਥੇ ਥੋੜਾ ਦੂਜੀ ਤਰ੍ਹਾਂ ਦਾ ਮਾਹੌਲ ਹੈ, ਕਿਉਂ ਨਾ ਆਪਣੇ ਬੱਚਿਆਂ ਨੂੰ ਆਪਣੀ ਭਾਸ਼ਾ ਦੇ ਨਾਲ ਤੇ ਉਹ ਜਦੋਂ ਉੱਥੇ ਗਈ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿੱਚ ਉੱਥੇ ਫਤਿਹਨਗਰ, ਉੱਥੇ ਪੜ੍ਹੀ ਕਿਉਂਕਿ ਮੇਰੇ ਬ੍ਰਦਰ ਨੇ ਲੁੱਕ ਆਫਟਰ ਕੀਤਾ ਉਹਨੂੰ। ਫਿਰ ਜਦੋਂ 16 ਸਾਲ ਤੋਂ ਪਹਿਲੇ, ਕਿਉਂਕਿ ਉਸ ਸਮੇਂ ਵੀਜ਼ਾ ਨਹੀਂ ਸੀ, ਤੇ ਫਿਰ ਮੈਂ ਉਹਨੂੰ ਜਾ ਕੇ ਇੱਥੇ ਵਾਪਸ ਲਿਆ। ਫਿਰ ਇੱਥੇ ਉਹਨੇ ਸੈਕੰਡਰੀ ਸਕੂਲ ਇੱਥੇ ਕੀਤਾ ਹੈਗਾ ਮਾਊਂਟ ਸੈਕਵਿਲ ਤੇ ਕੈਸਲ ਲੌਕ। ਉੱਥੇ ਉਹਦੇ ਬਾਅਦ ਬੇਟਾ ਜਿਹੜਾ ਸੀ ਉਹ ਛੋਟਾ ਸੀ, ਮਤਲਬ ਬੇਟਾ 90 ਦੇ ਵਿਚਕਾਰ ਜੰਮਿਆ ਹੈਗਾ, ਤੇ ਫਿਰ ਬੇਟੇ ਦੀ ਐਜੂਕੇਸ਼ਨ ਇੱਥੇ ਉਹ ਬ੍ਰੌਟ ਅਪ ਇਸੇ ਤਰ੍ਹਾਂ ਪੂਰਾ ਗੁਰਸਿੱਖ ਬ੍ਰੌਟ ਅਪ ਹੈਗਾ ਨਾ, ਕੋਈ ਹਾਲਾ ਉਹਨਾਂ ਨੂੰ ਦਿੱਕਤਾਂ ਆਈਆਂ ਸ਼ੁਰੂ ਦੇ ਵਿਚਕਾਰ ਕਿ ਕੋਈ ਜੂੜਾ ਬਣਨਾ ਹੈ, ਉਹ ਬਣਨਾ। ਅਸੀਂ ਸਕੂਲਾਂ ਜਾ ਕੇ ਐਕਸਪਲੇਨ ਕੀਤਾ ਉਹਨਾਂ ਨੂੰ ਅਸੀਂ ਕੌਣ ਹੈਗੇ ਆ, ਕੀ ਕਰਦੇ ਹਾਂ, ਕਿਉਂ ਰੱਖਦੇ ਆ ਵਾਲ, ਤੇ ਔਰ ਲੋਕ ਇੱਥੇ ਦੇ ਮਤਲਬ ਕਾਫੀ ਕੋਆਪਰੇਟਿਵ ਨਿਕਲੇ ਉਹਦੇ ਵਿਚਕਾਰ। ਇੱਕ ਆਪਾਂ ਜਦੋਂ ਗੱਲ ਕਰਦੇ ਹਾਂ ਫੈਮਿਲੀ ਤੋਂ ਬਾਅਦ ਤੁਹਾਡਾ ਪ੍ਰੋਫੈਸ਼ਨ ਡਾਕਟਰ ਸੀ, ਡਾਕਟਰ ਦੇ ਤੌਰ ਤੇ ਤੁਸੀਂ ਆਏ। ਪਰ ਟਰਬਨ ਜਿਹੜੀ ਹੈ ਸਾਡੀ ਪਛਾਣ ਜਿਹੜੀ ਸਰਦਾਰ ਜੀ, ਚਲੋ ਅਸੀਂ ਨਹੀਂ ਮੰਨਦੇ ਲੱਗ, ਪਰ ਜਿਹੜੀ ਪਛਾਣ ਹੈ, ਪਰ ਇਸ ਪਛਾਣ ਦੇ ਵਿੱਚ ਜਿਹੜੇ ਆਇਰਲੈਂਡ ਦੇ ਵਿੱਚ ਲੋਕੀ ਸੀ ਉਹਨਾਂ ਨੂੰ ਜ਼ਿਆਦਾ ਜਾਗਰੂਕ ਨਹੀਂ ਸੀ। ਤੁਹਾਨੂੰ ਮੁਸ਼ਕਲਾਂ ਆਈਆਂ ਜਦੋਂ ਤੁਸੀਂ ਜੌਬ ਕਰਦੇ ਸੀ ਤੁਹਾਡੀ? ਅੱਛਾ, ਮੈਂ ਜਿਸ ਤਰ੍ਹਾਂ ਸੇਂਟ ਲਿਊਕ ਕਿਲਕੈਨੀ ਸੀ, ਉੱਥੇ ਜਦੋਂ ਸ਼ਾਪਿੰਗ ਸੈਂਟਰ ਤੇ ਜਾਣਾ, ਡਨ ਸਟੋਰ ਤੇ ਸ਼ਾਪਿੰਗ ਕਰਨ ਜਾਣਾ, ਥੋੜਾ ਮੇਰੀ ਵਾਈਫ ਮੇਰੇ ਨਾਲ ਹੈ, ਉਸ ਸਮੇਂ ਜਸਪ੍ਰੀਤ ਨਹੀਂ ਸੀ, ਬੱਚਾ ਨਾਲ ਹੈ, ਤੇ ਲੋਕ ਪੁੱਛਦੇ ਸੀ ਆਰ ਯੂ, ਬੱਚੇ ਮੈਂ ਸਾਰੇ ਆ ਕੇ ਇਕੱਠੇ ਹੋਏ ਨੇ, ਆਰ ਯੂ ਅਲਾਦੀਨ, ਆਰ ਯੂ ਜੀਨੀ। ਮੈਂ ਉਹਨਾਂ ਬੱਚਿਆਂ ਨੂੰ ਐਕਸਪਲੇਨ ਕਰਦਾ ਸੀ ਆਪਣੇ ਆਰਾਮ ਨਾਲ ਬੈਠ ਕੇ, ਸੀੜੀਆਂ ਦੇ ਉੱਪਰ ਬੈਠ ਜਾਣਾ ਐਂਡ ਐਕਸਪਲੇਨ ਕਰਨਾ ਕਿ ਬਈ ਮੈਂ ਕੌਣ ਆ, ਮੈਂ ਸਿੱਖ ਹੈਗਾ, ਮੈਂ ਪਗੜੀ। ਉਹ ਕਹਿੰਦੇ ਸੀ ਆ ਤੇਰੀ ਟਰਬਨ ਕੌਣ ਬੰਦਾ ਹੈਗਾ, ਤੇਰੀ ਮੌਮ ਬੰਦੀ ਹੈ, ਕਿਉਂਕਿ ਬੱਚਿਆਂ ਦਾ ਖਿਆਲ ਛੋਟਾ ਹੁੰਦਾ ਹੈਗਾ, ਉਹ ਆਪਣੇ ਹਿਸਾਬ ਦੇ ਨਾਲ ਕੁਐਸਚਨ ਪੁੱਛਦੇ, ਤੇਰੀ ਮੌਮ ਬੰਦੀ ਹੈ? ਮੈਂ ਕਹਿੰਦਾ ਨਹੀਂ, ਮੈਂ ਆਪੇ ਬੰਦਾ ਹੈਗਾ, ਰੋਜ਼ਾਨਾ ਬੰਦਾ ਹੈਗਾ। ਅੱਛਾ, ਤੂੰ ਡਾਕਟਰ ਹੈਗਾ ਇੱਥੇ? ਓਕੇ, ਹਾਂਜੀ ਮੈਂ ਡਾਕਟਰ ਹੈਗਾ ਇੱਥੇ। ਕੀ ਕਰਦਾ ਡਾਕਟਰੀ ਦਾ? ਤੇ ਮੈਨੂੰ ਕਿਸੇ ਨੇ ਐਸਾ ਕੁਝ ਆਬਜੈਕਸ਼ਨ ਨਹੀਂ ਹੋਇਆ, ਕਿਉਂਕਿ ਨਹੀਂ, ਪਰ ਇਹ ਵੀ ਆਬਜੈਕਸ਼ਨ ਦੇ ਵੀ ਦੋ ਕਾਰਨ ਹੁੰਦੇ। ਜਦੋਂ ਤੁਸੀਂ ਅਗਰੈਸਿਵ ਹੋ ਕੇ ਕਿਸੇ ਨਾਲ ਬਿਹੇਵ ਕਰਦੇ ਹੋ ਤਾਂ ਉਹਦਾ ਉਲਟਾ ਅਸਰ ਹੁੰਦਾ। ਜਦੋਂ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਕਮੈਂਟ ਕਰਦਾ, ਤੁਸੀਂ ਉਹਨੂੰ ਐਕਸਪਲੇਨ ਕਰਦੇ ਹੋ ਤਾਂ ਇਸ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਅਸੀਂ ਉਹਨਾਂ ਨੂੰ ਬੜੇ ਵਧੀਆ ਤਰੀਕੇ ਦੇ ਨਾਲ, ਹਾਲਾ ਬੱਚੇ ਨੇ ਮੈਨੂੰ ਕਿਹਾ ਆਰ ਯੂ ਜੀਨੀ, ਆਰ ਯੂ ਅਲਾਦੀਨ, ਕਿਉਂਕਿ ਉਹਨਾਂ ਨੇ ਦੇਖਿਆ ਕਾਰਟੂਨ ਉਹ ਹੈਗਾ, ਉਹਨੇ ਦੇਖਿਆ ਪਗੜੀ ਬੰਨਿਆ ਕਾਰਟੂਨ ਹੋਏਗਾ, ਲੇਕਿਨ ਉਸ ਬੱਚੇ ਨੂੰ ਅਸੀਂ ਐਜੂਕੇਟ ਕਰਨਾ ਸਾਨੂੰ, ਕਿਉਂਕਿ ਉਹਨਾਂ ਨੂੰ ਇਗਨੋਰੈਂਸ ਹੈਗੀ, ਉਹਨਾਂ ਨੇ ਦੇਖੇ ਨਹੀਂ ਹੈ ਸਿੱਖ ਤੇ। ਆਲਦੋ ਇੰਗਲੈਂਡ ਦੇ ਅੰਦਰ ਸਿੱਖ ਉਹਨਾਂ ਨੇ ਦੇਖੇ ਹੋਏ ਆ, ਲੇਕਿਨ ਆਇਰਲੈਂਡ ਨੇ ਕਦੀ ਸਿੱਖ ਨਹੀਂ ਦੇਖੇ ਸੀ। ਜਦੋਂ ਅਸੀਂ ਆਏ ਸੀ ਉਸ ਸਮੇਂ ਅਸੀਂ 6 ਜਾਂ 7 ਲੋਕ ਸੀ ਟੋਟਲ ਪਗੜੀਆਂ ਵਾਲੇ, ਜਦੋਂ ਤੁਸੀਂ ਜਦੋਂ ਇਸ ਮੁਲਕ ਚ ਡਾਕਟਰ ਸਾਹਿਬ, ਜਦੋਂ ਤੁਸੀਂ ਆਪਣੀ ਜੌਬ ਤੁਹਾਡੀ ਸ਼ੁਰੂ ਹੋ ਗਈ ਇੱਥੇ ਤੁਸੀਂ ਰਹਿਣਾ, ਔਰ ਕਮਿਊਨਿਟੀ ਦੇ ਵਿੱਚ ਕਦੋਂ ਐਕਟਿਵ ਹੋਏ ਤੁਸੀਂ? ਕਮਿਊਨਿਟੀ ਦੇ ਵਿੱਚ ਜਦੋਂ, ਕਿਉਂਕਿ ਉਦੋਂ ਤੁਸੀਂ ਨਵੇਂ ਆਏ ਸੀ, ਆਪਣੇ ਪ੍ਰੋਫੈਸ਼ਨਲ ਚ ਬਹੁਤ ਅਸੀਂ ਸ਼ੁਰੂ ਤੋਂ ਹੀ ਜਿਸ ਤਰ੍ਹਾਂ ਦੱਸਿਆ ਨਾ ਐਕਸਪਲੇਨ ਕਰਦੇ ਸੀ, ਕਮਿਊਨਿਟੀ ਤੋਂ ਪਹਿਲੇ ਦਿਨ ਤੋਂ ਇਨਵੋਲਵ ਸੀ, ਲੋਕਲ ਉੱਥੇ ਲੋਕਲ ਕਮਿਊਨਿਟੀ ਡਾਕਟਰਸ ਦੇ ਨਾਲ। ਕਿੰਨੀ ਕਮਿਊਨਿਟੀ ਸੀ ਆਪਣੀ ਇੱਥੇ ਪੰਜਾਬੀ ਜਿਹੜੀ ਗੱਲ ਕਰੀਏ? ਅਸੀਂ ਉੱਥੇ ਦੋ ਇੱਕ ਬੰਦਾ ਸਾਂ ਮੈਂ ਇਕੱਲਾ, 2-4 ਪਾਕਿਸਤਾਨੀ ਔਰ ਹਿੰਦੁਸਤਾਨੀ ਡਾਕਟਰ ਹੈਗੇ ਸਨ, ਬਟ ਸਿੱਖ ਕੋਈ ਨਹੀਂ ਸੀ, ਮੈਂ ਇਕੱਲਾ ਸਿੱਖ ਸੀ। ਤੇ ਇੱਕ ਪਰਮਜੀਤ ਸਿੰਘ ਹੈਗੇ ਨਿਓਟੇ, ਉਹ ਸ਼ੈਨਨ ਰਹਿੰਦੇ ਹੈਗੇ, ਉਹਨਾਂ ਨੂੰ ਪਤਾ ਲੱਗਿਆ ਕਿ ਮੈਂ ਇੱਥੇ ਆਇਆ, ਉਹਨਾਂ ਮੇਰੇ ਨਾਲ ਟੈਲੀਫੋਨ ਤੇ ਗੱਲ ਕੀਤੀ, ਤੇ ਇੱਕ ਸੰਡੇ ਸਿੱਧੇ ਆਪਣੀ ਫੈਮਿਲੀ ਦੇ ਨਾਲ ਮੇਰੇ ਘਰ ਹੀ ਆ ਗਏ। ਇਸ ਤਰ੍ਹਾਂ ਉਹਨਾਂ ਦੇ ਨਾਲ ਉਹ ਨਾਮਦਾਰੀ ਹੈਗੇ ਵੈਸੇ, ਪਰ ਇਹ ਤੇ ਸਿੱਖ ਹੈ, ਤੇ ਅਸੀਂ ਉਹਨਾਂ ਨੂੰ ਕਿਹਾ ਕਿ ਕੋਈ ਨਹੀਂ, ਆਓ ਤੁਸੀਂ ਮਿਲੋ। ਐਂਡ ਇਸ ਤਰ੍ਹਾਂ ਜਦੋਂ ਮੈਂ ਡਬਲਿਨ ਸ਼ਿਫਟ ਹੋਇਆ 89 ਜੁਲਾਈ ਦੇ ਵਿਚਕਾਰ, ਉਸ ਤੋਂ ਬਾਅਦ ਫਿਰ ਤੁਸੀਂ ਦੇਖਿਆ ਤੁਹਾਡੇ ਡਬਲਿਨ ਇੱਥੇ ਡਬਲਿਨ ਵਿੱਚ ਜੌਬ ਮਿਲੀ, ਸੇਂਟ ਵਿੰਸੈਂਟ ਹਸਪੀਟਲ, ਤੁਹਾਡੀ ਜੌਬ ਟ੍ਰਾਂਸਫਰ ਹੋਈ ਡਬਲਿਨ, ਤਦ ਤੁਸੀਂ ਆਏ? ਹਾਂਜੀ, ਕਿਉਂਕਿ ਸਾਡੇ ਜੌਬ ਦਾ ਜਿਹੜਾ ਹੁੰਦਾ ਕੰਟਰੈਕਟ ਡਾਕਟਰਸ ਦਾ ਜੂਨੀਅਰ ਦਾ 1 ਸਾਲ ਦਾ ਮਿਲਦਾ, ਉੱਥੇ ਮੈਂ ਸੀ 6 ਮਹੀਨੇ ਦਾ ਸੀ, ਤੇ ਮੈਂ ਕਿਹਾ ਵੀ ਮੈਂ ਬੈਟਰ, ਕਿਉਂਕਿ ਮੈਂ ਪੋਸਟ ਗ੍ਰੈਜੂਏਸ਼ਨ ਕਰਨੀ ਹੈਗੀ, ਤੇ ਮੈਂ ਕਿਸੇ ਬੈਟਰ
ਇੰਸਟੀਚਿਊਟ ਹੀ ਚੱਲ ਜਾ। ਉਹਨਾਂ ਨੇ ਕਿਹਾ ਤੂੰ ਵਿੰਸੈਂਟ ਦੇ ਵਿਚਕਾਰ ਤੇਰੇ ਵਾਸਤੇ ਜੌਬ ਹੈਗੀ, ਤੂੰ ਚੱਲ ਜਾ। ਉੱਥੇ ਮੈਨੂੰ ਜੌਬ ਮਿਲੀ 1 ਸਾਲ ਦੀ। ਉਸੇ ਦੇ ਦੌਰਾਨ ਮੈਂ ਇੱਥੇ ਮਕਾਨ ਖਰੀਦ ਲਿਆ ਸੀ। ਜਦੋਂ ਆਇਆ 2 ਮਹੀਨੇ ਦੇ ਅੰਦਰ ਅੰਦਰ ਦੇਖਿਆ ਮਕਾਨ ਬਣਦਾ ਪਿਆ ਸੀ। ਦਸੰਬਰ ਵਿੱਚ ਅਸੀਂ ਆਪਣੇ ਮਕਾਨ ਵਿੱਚ ਸ਼ਿਫਟ ਹੋ ਗਏ। ਇਹ ਤਾਂ ਤੁਹਾਡਾ ਨੌਕਰੀ ਦਾ ਹੋ ਗਿਆ ਸ਼ੁਰੂ। ਨੌਕਰੀ ਦੇ ਵਿੱਚ ਤੁਸੀਂ ਸਾਰੇ, ਪਰ ਅਸਲ ਦੇ ਵਿੱਚ ਜਦੋਂ ਤੁਸੀਂ ਸੋਸ਼ਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੋਏ, ਜਿੱਦਾਂ ਤੁਸੀਂ ਇੱਥੇ ਗੁਰੂ ਘਰ ਦੇ ਵਿੱਚ ਵੀ ਕਾਫੀ ਕੁਝ ਯੋਗਦਾਨ ਕੀਤਾ। ਇਹਦੇ ਬਾਅਦ ਕੀ ਹੋਇਆ ਕਿ ਸਾਨੂੰ ਪਤਾ ਲੱਗਾ ਇੱਥੇ ਗੁਰਦੁਆਰਾ ਹੈਗਾ। ਅੱਛਾ, ਤੁਹਾਡੇ ਤੋਂ ਪਹਿਲਾਂ ਹੀ ਗੁਰਦੁਆਰਾ ਸਾਡੇ ਤੋਂ ਪਹਿਲੇ ਬਣ ਚੁੱਕਾ ਸੀ। ਇੱਥੇ ਗੁਰਦੁਆਰੇ ਨੂੰ ਬਣਾਉਣ ਵੇਲੇ ਸਰਦਾਰ ਕੁਲਦੀਪ ਸਿੰਘ ਤੇ ਮਿਸਿਸ ਜਗਦੀਸ਼ ਕੌਰ ਕਪੂਰ ਤੇ ਸਵਰਗਵਾਸੀ ਆਪਣੇ ਸੁਖਦੇਵ ਸਿੰਘ ਗਿੱਲ, ਇਹਨਾਂ ਤਿੰਨਾਂ ਔਰ ਬਾਕੀ ਹੋਰ ਸੰਗਤ ਹੈਗੀ ਸੀ, ਲੇਕਿਨ ਇਹਨਾਂ ਤਿੰਨਾਂ ਦਾ ਮੇਨ ਉਪਰਾਲਾ ਸੀ ਜਿਨ੍ਹਾਂ ਨੇ ਗੁਰਦੁਆਰਾ ਸਟਾਰਟ ਕੀਤਾ ਸੀ। ਇਹ ਗੁਰਦੁਆਰਾ ਜਿੱਥੇ ਇਸ ਸਮੇਂ ਗੁਰਦੁਆਰਾ ਹੈਗਾ, ਇਹ ਆਸਕਰ ਥੀਏਟਰ ਹੁੰਦਾ ਸੀ, ਫਿਲਮ ਥੀਏਟਰ ਹੈਗਾ ਸੀ, ਜਿੱਥੇ ਕਿ ਪਲੇਜ਼ ਵਗੈਰਾ ਹੁੰਦੀਆਂ ਸਨ, ਫਿਲਮ ਹੁੰਦੀਆਂ ਸਨ, ਦਿਖਾਈਆਂ ਜਾਂਦੀਆਂ ਸਨ। ਤੇ ਉਸੇ ਪੋਜੀਸ਼ਨ ਦੇ ਵਿਚਕਾਰ ਹੈਗਾ ਗੁਰਦੁਆਰਾ, ਲੇਕਿਨ ਸੀਟਾਂ ਵਗੈਰਾ ਹਟਾ ਦਿੱਤੀਆਂ ਗਈਆਂ। ਜਦੋਂ ਅਸੀਂ ਆਏ ਤਾਂ ਸਾਨੂੰ ਪਤਾ ਲੱਗਿਆ, ਅਸੀਂ ਦੇਖਿਆ ਕਿ ਇਹ ਡੈਰੀਲੈਕਟ ਬਿਲਡਿੰਗ ਹੈਗੀ ਸੀ ਟੋਟਲ, ਔਰ ਬਾਹਰ ਫੱਟੇ ਜਿਹੇ ਲੱਗੇ ਹੋਏ ਸੀ। ਮੇਰੇ ਕੋਲ ਫੋਟੋਗ੍ਰਾਫਸ ਹੈਗੀਆਂ ਉਹਨਾਂ ਦੀ ਸਾਰੀਆਂ। ਔਰ ਅਸੀਂ ਮਤਲਬ ਪਿੱਛੇ ਜਿੱਥੇ ਅੱਜ ਕਿਚਨ ਹੈਗੀ, ਇੱਥੇ ਪ੍ਰਕਾਸ਼ ਕਰਦੇ ਸਾਂ, ਇੱਥੇ ਹੀ ਸੁਖਾਸਨ ਕਰਕੇ ਨਾਲ ਹੀ ਲੰਗਰ ਉੱਥੇ ਬੰਦਾ ਸੀ, ਲੰਗਰ ਖਾਦਾ ਚਲੇ ਗਏ। ਹੀਟਿੰਗ ਵੀ ਨਹੀਂ ਸੀ, ਗੈਸ ਹੀਟਰ ਦੇ ਨਾਲ ਚੱਲਦਾ ਸੀ। ਤੇ 89 ਤੋਂ ਅਗਸਤ ਸੈਪਟੰਬਰ ਤੋਂ ਮੈਂ ਜਾਣਾ ਸ਼ੁਰੂ ਕੀਤਾ ਸੀ ਗੁਰਦੁਆਰੇ। ਉਦੋਂ ਕਿੰਨੀ ਕਮਿਊਨਿਟੀ ਸੀ ਜਿਹੜੀ, ਕਿੰਨੀ ਸੰਗਤ ਸੀ? ਉਸ ਸਮੇਂ ਅਸੀਂ ਜਿਹੜੇ ਸਨ 3 ਫੈਮਲੀਆਂ ਸੀ ਤੇ 2 ਅਸੀਂ ਡਾਕਟਰ ਸੀ। ਇੱਕ ਤੇ ਡਾਕਟਰ ਜਗਮੋਹਨ ਸਿੰਘ ਹੁੰਦੇ ਸਨ, ਨਿਊਰੋ ਸਰਜਨ। ਹੀ ਪਾਸਟ ਅਵੇ, ਉਹਨਾਂ ਦੀ ਡੈਥ ਹੋ ਗਈ ਆਪਣੇ 4-5 ਸਾਲ ਪਹਿਲੇ, 8-9 ਸਾਲ ਹੋ ਗਏ ਉੱਤੇ ਡੈਥ ਹੋਈ। ਤੇ ਹੀ ਵਾਸ ਅ ਨਿਊਰੋ ਸਰਜਨ। ਇੰਗਲੈਂਡ ਉਹਨਾਂ ਦੀ ਡੈਥ ਹੋ ਗਈ, ਇੰਗਲੈਂਡ ਚਲੇ ਗਏ ਸਨ। ਉਹ ਹੈਗੇ ਸਨ 2 ਸਰਦਾਰ ਸਾਂ ਅਸੀਂ। ਤੇ ਫਿਰ ਪਤਾ ਲੱਗਿਆ ਕਿ ਡਾਕਟਰ ਛਾਬੜਾ ਹੈਗੇ ਇੱਥੇ, ਹੈ ਨੀ। ਇਹ ਮੈਂ ਦਿੱਲੀ ਤੋਂ ਹੀ ਜਾਣਦੇ ਸਨ, ਫਿਰ ਇਹ ਮਿਲੇ, ਲੇਕਿਨ ਇਹ ਸਲਾਈਗੋ ਹੁੰਦੇ ਸਨ। ਤੇ ਅਸੀਂ ਪਗੜੀ ਵਾਲੇ 3 ਸਰਦਾਰ ਇੱਥੇ ਡਾਕਟਰ ਹੈਗੇ ਸਨ ਟੋਟਲ, ਜਿਹੜੇ ਪਗੜੀ ਬੰਨ ਕੇ। ਬਾਕੀ ਕੁਲਦੀਪ ਸਿੰਘ ਹਰੀ ਪੂਰੇ ਸਰੂਪ ਵਿੱਚ ਹੈਗੇ ਸਨ, ਹੈ ਨੀ। ਉਹ ਮਿਸਿਸ ਕਪੂਰ ਦਾ ਬੇਟਾ ਜਿਹੜਾ ਰਵਿੰਦਰ ਸਿੰਘ, ਉਹ ਹੈਗਾ ਸੀ। ਤੇ ਬਿੱਟੂ ਜਿਹੜਾ ਵਿਕਰਮ ਹੈਗਾ, ਉਸ ਸਮੇਂ ਤੱਕ ਆਇਆ ਨਹੀਂ ਸੀ ਹਾਲੇ, ਇਹ 90 ਦੇ ਬਾਅਦ ਆਇਆ ਇੱਥੇ। ਤੇ ਇਹ ਉਹਦੇ ਬਾਅਦ ਆ ਕੇ ਸੈਟਲ। ਇਹ ਸਾਡੀ ਫੈਮਲੀਆਂ ਸਨ ਜਿਹੜੀਆਂ ਕਿ ਪਗੜੀ ਵਾਲੀਆਂ ਸਨ ਉਸ ਸਮੇਂ। ਬਾਕੀ ਸ਼ੈਨਨ ਦੇ ਵਿਚਕਾਰ ਇੱਕ ਫੈਮਿਲੀ ਜਿਹੜੀ ਮੈਂ ਤੁਹਾਨੂੰ ਦੱਸਿਆ ਉਹ ਹੈਗੀ ਸੀ। ਤੇ ਕਾਰਕ ਦੇ ਵਿਚਕਾਰ ਗੁਣਵੰਤ ਵਾਲੀਆ, ਇਹ ਫੈਮਿਲੀ ਹੈਗੀ ਸੀ ਉਹਨਾਂ ਦੇ। ਲੇਕਿਨ ਗੁਣਵੰਤ ਵਾਲੀਆ ਦੇ ਉਸ ਸਮੇਂ ਕੇਸ ਨਹੀਂ ਸਨ, ਲੇਕਿਨ ਹੁਣ ਉਹਨੇ ਅੰਮ੍ਰਿਤ ਵੀ ਛਕਿਆ, ਕੇਸ ਵੀ ਰੱਖਿਆ ਉਹਨੇ। ਐਂਡ ਹੋਰ ਇੱਥੇ ਸਰਦਾਰ ਪਰਗਨ ਸਿੰਘ ਹਰੀ ਹੈਗੇ ਸਨ, ਡਬਲਿਨ ਵਿੱਚ ਹੀ ਹੈਗੇ ਸਨ। ਇਹ ਵੀ ਇਹ ਸਾਰੀ ਜਿਹੜੀ ਸੰਗਤ ਸੀ ਗੁਰਦੁਆਰੇ ਵਾਲੇ, ਇਹ ਗੁਰਦੁਆਰੇ ਆਉਂਦੇ ਜਾਂਦੇ ਸਨ ਸਾਰੇ। ਜਿਹੜੀ ਹਾਂਜੀ, ਗੁਰਦੁਆਰਾ ਉਸ ਸਮੇਂ ਅਸੀਂ ਸ਼ਾਮੀ ਮਿਲਦੇ ਸਨ ਗੁਰਦੁਆਰੇ। ਹਰ ਵੀਕ ਹੁੰਦਾ ਸੀ ਜਾਂ ਸੰਡੇ ਦੇ ਸੰਡੇ। ਫਿਰ ਇੱਥੇ ਨਾਲੇ ਜਿਹੜਾ ਹੈਗਾ, ਇੱਥੇ ਇੱਕ ਡਿਪਲੋਮੈਟ ਆਏ ਸਨ, ਜੀਤ ਸਿੰਘ ਦਾ ਬੇਟਾ ਸੁਰਿੰਦਰ ਸਿੰਘ ਗੁੱਡੂ, ਜਿਹਨੂੰ ਸਾਰੇ ਕਹਿੰਦੇ ਸੀ, ਤੇ ਦਵਿੰਦਰ ਸਿੰਘ, ਇਹ ਵੀ ਨਾਲ ਉਹਨਾਂ ਦਿਨਾਂ 'ਚ ਇੱਥੇ ਹੁੰਦੇ ਸੀ। ਤੇ ਅਸੀਂ ਗਿਣੀਆਂ ਚੁਣੀਆਂ ਇਹੀ ਫੈਮਲੀਆਂ ਸਨ। ਸੁਰਿੰਦਰ ਸਿੰਘ ਨੇ ਹਮੇਸ਼ਾ ਸ਼ੁਰੂ ਤੋਂ ਹੀ ਸਰੂਪ ਵਿੱਚ ਰਿਹਾ ਗਾ, ਪੂਰੇ ਗੁਰੂ ਦੀ ਮੋਹਰ ਕਾਇਮ ਰੱਖੀ ਉਸਨੇ। ਔਰ ਬਾਕੀ ਹੋਰ ਬੰਦੇ ਸਨ, ਰਜਪਾਲ ਸਿੰਘ ਹਰੀ ਸਨ, ਬਟ ਉਹਨਾਂ ਦੇ ਕੇਸ ਵਗੈਰਾ ਨਹੀਂ ਸਨ। ਤੇ ਕੁਛ ਹੋਰ ਰਾਧਾ ਸਵਾਮੀ ਜਿਹੜੇ ਸਨ, ਉਹ ਵੀ ਗੁਰਦੁਆਰੇ ਆਉਂਦੇ ਸਨ। ਕੁਛ ਹੋਰ ਗਿੱਲ ਫੈਮਲੀਆਂ ਹੈਗੀਆਂ, ਗਿੱਲ ਦੇ ਕਜ਼ਨਸ ਵਗੈਰਾ ਹੈਗੇ ਸਨ, ਸਾਰੇ ਗੁਰਦੁਆਰਾ ਸਾਹਿਬ। ਲੇਕਿਨ ਪਗੜੀਆਂ ਵਾਲੇ ਜਿਹੜੇ ਮੈਂ ਤੁਹਾਨੂੰ ਦੱਸਿਆ ਨਾ, ਉਹ ਅਸੀਂ 7-8 ਹੀ ਬੰਦੇ ਸਨ ਅਸੀਂ ਪਹਿਲੇ। ਤੇ ਇਹ ਤਾਂ ਸਾਡਾ ਚਲੋ ਫਰਜ਼ ਬਣਦਾ, ਅਸੀਂ ਜਿੱਥੇ ਵੀ ਜਾਂਦੇ ਹਾਂ ਆਪਣੇ ਗੁਰੂ ਨੂੰ, ਗੁਰੂ ਦਾ ਘਰ ਸਭ ਤੋਂ ਪਹਿਲਾਂ ਤਿਆਰ ਕਰਦੇ ਹਾਂ। ਪਰ ਉਸ ਤੋਂ ਇਲਾਵਾ ਤੁਸੀਂ ਬਹੁਤ ਸਾਰੀਆਂ ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰ ਫੇਰ ਸਵਾਗਤ ਕਰੋ ਰਿੰਪੀ ਪੰਜਾਬੀ ਦੀ ਬਹੁਤ ਪਿਆਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਜ਼ਿੰਦਗੀ ਦੇ ਸਫ਼ਰ ਵਿੱਚ ਫੇਰ ਇੱਕ ਵਾਰ ਤੁਹਾਡਾ ਸਵਾਗਤ ਹੈ ਜੀ। ਅੱਜ ਸਾਡੇ ਨਾਲ ਬੜੀ ਮਹਾਨ ਸ਼ਖਸੀਅਤ ਡਾਕਟਰ ਜਸਵੀਰ ਸਿੰਘ ਪੁਰੀ ਸਾਡੇ ਨਾਲ ਨੇ। ਅਸੀਂ ਕਾਫੀ ਗੱਲਾਂ ਕਰ ਚੁੱਕੇ ਹਾਂ, ਹੁਣ ਹੋਰ ਫੇਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਪਾਉਂਦੇ। ਡਾਕਟਰ ਸਾਹਿਬ, ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਜ਼ਿੰਦਗੀ ਸਫ਼ਰ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਤੁਸੀਂ ਸੋਸ਼ਲ ਐਕਟੀਵਿਟੀ ਦੇ ਨਾਲ ਆਇਰਲੈਂਡ ਦੇ ਵਿੱਚ ਕਾਫੀ ਲੋਕਾਂ ਨੂੰ ਆਪਣੇ ਧਰਮ ਬਾਰੇ, ਆਪਣੇ ਕਲਚਰ ਬਾਰੇ, ਆਪਣੇ ਵਿਰਸੇ ਬਾਰੇ ਬਹੁਤ ਕੁਝ ਦੱਸਿਆ। ਇੱਕ ਜੌਬ ਦੇ ਨਾਲ ਨਾਲ ਤੁਸੀਂ ਇਹ ਕੰਮ ਕੀਤਾ, ਇੱਕ ਵਾਕਈ ਐਪਰੀਸ਼ੀਏਟ ਵਾਲਾ। ਪਰ ਮੁਸ਼ਕਲਾਂ ਤਾਂ ਹੁੰਦੀਆਂ ਹੋਣਗੀਆਂ, ਆਪਣੀ ਫੈਮਿਲੀ ਨੂੰ ਹੈਂਡਲ ਕਰਨਾ, ਜੌਬ ਦੇਖਣਾ, ਹੁਣ ਇਹ ਉਹਦੇ ਨਾਲ ਨਾਲ ਤੁਸੀਂ ਇਹ ਜਿਹੜੀਆਂ ਲੋਕਾਂ ਦੇ ਅਵੇਅਰ ਕਰਨਾ, ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਸਾਡੇ ਬਾਰੇ ਪਤਾ ਨਹੀਂ, ਕਿਉਂਕਿ ਇੱਥੇ ਬਹੁਤ ਘੱਟ ਕਮਿਊਨਿਟੀ ਹੈ ਸਾਡੀ। ਦੇਖੋ ਜੀ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿਚਕਾਰ ਤੁਹਾਨੂੰ ਫੈਮਿਲੀ ਦੀ ਸਪੋਰਟ ਚਾਹੀਦੀ ਹੈ। ਫੈਮਿਲੀ ਦੀ ਸਪੋਰਟ ਤੋਂ ਬਿਨਾਂ ਤੁਸੀਂ ਕੁਝ ਨਹੀਂ ਕਰ ਸਕਦੇ। ਹੁਣ ਜਿਸ ਤਰ੍ਹਾਂ ਮੇਰੀ ਵਾਈਫ ਹੀ ਆ, ਉਹਨੇ ਬੱਚਿਆਂ ਨੂੰ ਸਿੱਖ ਬਣਾਇਆ ਪੂਰਾ,
ਅਟਾਇਰ ਦੇ ਨਾਲ ਪੂਰੇ ਸਰੂਪ ਵਿੱਚ ਹੈਗਾ ਮੇਰਾ ਬੇਟਾ, ਨਾ ਸ਼ਰਾਬ ਪੀਂਦਾ ਨਾ ਕੋਈ ਡਰਗ ਨਾ ਕੋਈ, ਸਿੱਧਾ ਸਾਦਾ ਸਿੱਧਾ ਬਿਲਕੁਲ ਬਿਲਕੁਲ ਸਿੱਧਾ ਹੈਗਾ। ਇਹਦੇ ਨਾਲ ਤੁਹਾਡੀ ਬੇਟੀ ਦੀ ਜੇ ਗੱਲ ਕਰੀਏ ਤਾਂ ਮੇਰੀ ਬੇਟੀ ਵੀ ਪੂਰੀ ਗੁਰਸਿੱਖ ਨਾਲ ਵਿਆਹੀ ਹੈ, ਗੁਰਸ਼ਰਨ ਸਿੰਘ ਦੇ ਨਾਲ। ਉਹਨਾਂ ਦੀ ਫੈਮਿਲੀ ਗੁਰੂ ਘਰ ਦੇ ਨਾਲ ਜੁੜੀ ਹੋਈ ਹੈ, ਆਪਣੇ ਘਰ ਨਾਲ ਬੜੇ ਅੱਛੇ ਤਰ੍ਹਾਂ ਜੁੜੇ ਹੋਏ ਨੇ। ਤੇ ਇਹ ਫੈਮਿਲੀ ਸਪੋਰਟ ਬਿਨਾਂ ਤੁਸੀਂ ਕੋਈ ਕੰਮ ਨਹੀਂ ਕਰ ਸਕਦੇ, ਕਿਉਂਕਿ ਫੈਮਿਲੀ ਪੂਰੀ ਸਪੋਰਟ ਫੈਮਿਲੀ ਪੂਰੀ ਸਪੋਰਟ ਤੁਹਾਡੀ ਗਈ। ਹੁਣ ਸਾਡਾ ਇਸ਼ੂ ਇੱਥੇ ਕਿ ਹੋ ਗਿਆ ਸੀ ਗਾੜਾ ਦੇ ਨਾਲ, ਟਰਬਨ ਦੇ ਉੱਪਰ। ਰਵਿੰਦਰ ਸਿੰਘ ਓਬਰਾਏ ਇਹਨਾਂ ਨੇ ਗਾੜਾ ਦੀ ਟ੍ਰੇਨਿੰਗ ਕਰ ਰਹੇ ਸਨ। ਜਦੋਂ 3rd ਮੋਡਿਊਲ ਤੇ ਪਏ, ਉਹਨਾਂ ਨੇ ਕਿਹਾ ਤੁਸੀਂ ਵਰਦੀ ਨਹੀਂ ਪਾ ਸਕਦੇ, ਪਗੜੀ ਜਾਂ ਤਾਂ ਵਾਲ ਕਟਾਓ ਜਾਂ ਉਹ ਕਰੋ। ਇਸ ਤਰ੍ਹਾਂ ਸਕੂਲਾਂ ਦੇ ਵਿਚਕਾਰ ਵੀ ਹੋਇਆ, ਬੱਚਿਆਂ ਦੀ ਦਾੜੀ ਆਉਂਦੀ ਹੈ ਕਿ ਤੁਸੀਂ ਇਹ ਦਾੜੀ ਕੱਟ ਦਿਓ, ਤੁਸੀਂ ਨਹੀਂ ਰੱਖ ਸਕਦੇ ਸਕੂਲਾਂ। ਫਿਰ ਉਹ ਸਕੂਲਾਂ ਨੂੰ ਐਕਸਪਲੇਨ ਕੀਤਾ ਕਿ ਅਸੀਂ ਰੱਖਦੇ ਹਾਂ, ਐਂਡ ਉਹ ਸਕੂਲਾਂ ਨੇ ਐਗਰੀ ਕੀਤਾ ਸਾਡੇ ਨਾਲ। ਗਾਰਡਾ ਨੇ ਉਹਨੂੰ ਕੱਢ ਦਿੱਤਾ, ਨਹੀਂ ਕੀਤਾ। ਸਾਡੀ ਗਾਰਡਾ ਦੇ ਨਾਲ ਜੁਲਾਈ 07 ਤੋਂ ਡਿਸਕਸ਼ਨ ਚੱਲ ਰਹੀਆਂ ਹਨ। ਵਿਚਕਾਰ ਸਾਡੇ ਆਪਣੀ ਕੁਝ ਹੈਗੇ ਸਨ ਡਿਫਰੈਂਸਿਸ ਆਪਸ ਵਿੱਚ, ਜਿਹੜੇ ਕਿ ਉਹ ਅੱਗੇ ਤੋੜ ਨਹੀਂ ਚੜਿਆ ਕੰਮ। ਇਕੁਐਲਿਟੀ ਕਮਿਸ਼ਨ ਤੋਂ ਅਸੀਂ ਕੇਸ ਹਾਰ ਗਏ, ਫਿਰ ਕੇਸ ਅੱਗੇ ਚਲਿਆ, ਲੇਕਿਨ ਉਹ ਕਿਸੇ ਬੰਨੇ ਨਹੀਂ ਲੱਗ ਰਿਹਾ ਸੀ। ਲੇਕਿਨ ਇਹ ਸੀ ਕਿ ਮੈਂ, ਕਿਉਂਕਿ ਗਾਰਡਾ ਦੇ ਹਰ ਸਾਲ ਉਹਨਾਂ ਦੇ ਮੈਮੋਰੀਅਲ ਤੇ ਜਿਹੜੇ ਗਾਰਡਾ ਮਰ ਜਾਂਦੇ ਨੇ ਔਨ ਡਿਊਟੀ, ਉਹਨਾਂ ਦੇ ਮੈਮੋਰੀਅਲ ਤੇ ਮੈਂ ਪ੍ਰੇਅਰ ਕਰਦਾ ਸੀ, ਸਿੱਖ ਪ੍ਰੇਅਰ। ਔਰ ਕਮਮੋਰੇਸ਼ਨ ਡੇ ਹੈਗਾ ਇੱਥੇ, ਨੈਸ਼ਨਲ ਕਮਮੋਰੇਸ਼ਨ ਡੇ, ਉਹਦੇ ਵਿਚਕਾਰ ਅਸੀਂ ਇਨਕਲੂਡਡ ਹੈਗੇ ਸਾਂ। ਅਸੀਂ ਹਮੇਸ਼ਾ ਚਾਹੁੰਦੇ ਸਾਂ ਉਹਦੇ ਉੱਪਰ ਸਿੱਖ ਧਰਮ ਦੇ ਇਨਵਾਈਟ ਕਰਦੇ ਸਾਂ। ਫਿਰ ਅਸੀਂ ਜਦੋਂ ਇਹਨਾਂ ਦੇ ਨਾਲ ਕੀਤੀ, ਤੇ ਹੁਣ ਜਿਹੜਾ ਕਮਿਸ਼ਨਰ ਆਇਆ, ਆਈ ਕੈਪਟ ਔਨ, ਮਤਲਬ ਉਹਨਾਂ ਨੂੰ ਹਮੇਸ਼ਾ ਕਿੱਧਰ ਵੀ ਸੈਮੀਨਾਰ ਦੇ ਅਸੀਂ ਇਨਵਾਈਟ ਕਰਦੇ ਨੇ, ਇਨਵਾਈਟ ਕਰਦੇ ਨੇ। ਅਸੀਂ ਉਹਨਾਂ ਨੂੰ ਪਗੜੀ ਦੀ ਯਾਦ ਦਿਵਾਉਂਦੇ ਸੀ ਕਿ ਤੁਸੀਂ ਭੁੱਲੋ ਨਾ, ਸਿੱਖ ਹਮੇਸ਼ਾ ਪੁਲਿਸ ਤੇ ਆਰਮੀ ਜਾਣਾ ਚਾਹੁੰਦੇ ਨੇ, ਕਿਉਂਕਿ ਇਹ ਮੁਲਕ ਦੀ ਸੇਵਾ ਹੁੰਦੀ ਹੈ। ਅਸੀਂ ਇਹਨੂੰ ਲਾਈਕ ਕਰਦੇ ਹੈਗੇ। ਜੇ ਗੱਲ ਕਰੀਏ ਸ਼ੁਰੂਆਤ ਦੇ ਵਿੱਚ, ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਇਸ ਦੀ, ਹਾਂਜੀ, ਤੇ ਹੁਣ ਚ ਕਿੰਨਾ ਕੁ ਫਰਕ? ਹੁਣ ਫਰਕ ਇਹ ਹੈਗਾ ਕਿ ਹੁਣ ਲੋਕ ਸਿੱਖਾਂ ਨੂੰ ਜਾਣਦੇ ਨੇ, ਗਾਰਡਸ ਨੂੰ ਪਤਾ ਹੈ ਸਿੱਖਾਂ ਦੇ ਬਾਰੇ 'ਚ। ਹੁਣ ਇਹਨਾਂ ਸਭ ਚੀਜ਼ਾਂ ਦੇ ਬਾਰੇ ਗਾਰਡਸ ਨੂੰ ਪਤਾ ਹੈਗਾ, ਤੇ ਉਹਨਾਂ ਨੇ ਹੁਣ ਪਗੜੀ ਅਲਾਉ ਕਰ ਦਿੱਤੀ ਹੈਗੀ। ਤੇ ਜਿਸ ਦਿਨ ਪਗੜੀ ਅਲਾਉ ਕੀਤੀ ਸੀ, ਉਹ ਸੀ 7 ਅਪ੍ਰੈਲ 2019 ਅਲਾਉ ਕੀਤੀ ਸੀ। ਮੈਂ ਉਸ ਸਮੇਂ ਵੀ ਆਰਟੀ ਨੂੰ ਪੂਰਾ ਦੱਸਿਆ ਸੀ ਕਿ ਐਟਲੀਸਟ 12 ਸਾਲ ਦੇ ਬਾਅਦ ਸਾਨੂੰ ਰਿਕੋਗਨੀਸ਼ਨ ਮਿਲੀ, ਲੇਕਿਨ ਮਿਲੀ। ਇੱਕ ਬੜਾ ਅਸੀਂ ਇਹਨਾਂ ਦੇ ਥੈਂਕਫੁਲ ਹੈਗੇ ਆ ਆਇਰਿਸ਼ ਗਵਰਨਮੈਂਟ ਦੇ, ਬਹੁਤ ਵੱਡਾ ਰਿਕੋਗਨੀਸ਼ਨ ਦਿੱਤੀ, ਪ੍ਰਾਪਤੀ ਕਹਿ ਲਓ ਤੁਹਾਡੇ ਯਤਨਾਂ ਸਦਕਾ ਜਾਂ ਸਾਰੀ। ਉਹਦੇ ਬਾਅਦ ਹੁਣ ਇੱਕ ਲੜਕਾ ਹੈਗਾ, ਸਿੱਖ ਲੜਕਾ ਹੈਗਾ, ਮੈਨੂੰ ਯਾਦ ਹੈ ਉਹਦਾ, ਮਨਿੰਦਰ ਸਿੰਘ ਹੈ ਮੇਰੇ ਨਾਮ ਦਾ। ਉਸਨੇ ਜੁਆਇਨ ਕੀਤਾ ਗਾਰਡਾ ਟ੍ਰੇਨਿੰਗ ਦੇ, ਐਂਡ ਉਹ ਟ੍ਰੇਨਿੰਗ ਦੇ ਵਿਚਕਾਰ ਹੈਗਾ ਹਲੇ। ਐਂਡ ਆਈ ਥਿੰਕ ਹੀ ਵਿਲ ਬੀ ਦੀ ਫਸਟ ਰੈਗੂਲਰ ਗਾਰਡ ਆਏਗਾ ਜਿਹੜਾ ਪੂਰੇ ਸਰੂਪ ਵਿੱਚ ਹੈਗਾ। ਪੂਰੇ ਸਰੂਪ। ਪਰ ਇਸ ਤੋਂ ਪਹਿਲਾਂ ਵੀ ਕੋਈ ਗਾਰਡ ਹੈ? ਨਹੀਂ, ਪਹਿਲੇ ਰਵਿੰਦਰ ਸਿੰਘ ਗਏ ਸਨ, ਲੇਕਿਨ ਉਹਨਾਂ ਨੇ ਹਾਲੇ ਉਹਨੂੰ ਟ੍ਰੇਨਿੰਗ ਉਹਨਾਂ ਕਿਹਾ ਕਿ ਦੁਬਾਰਾ ਕਰਨੀ ਪਏਗੀ। ਹੁਣ ਪਤਾ ਨਹੀਂ ਮੈਨੂੰ ਕੀ ਹੈਗਾ, ਕਿਉਂਕਿ ਮੈਂ ਰਵਿੰਦਰ ਸਿੰਘ ਨਾਲ ਡਾਕਟਰ ਸਾਹਿਬ, ਇਹ ਸਾਰੀਆਂ ਜਿਹੜੀਆਂ ਐਫਰਟ ਆ ਬਹੁਤ ਵਧੀਆ ਰੰਗ ਲੈ ਗਏ, ਤੁਸੀਂ ਮਾਨਤਾ ਦਵਾ ਦਿੱਤੀ, ਸਾਰੀ ਪਛਾਣ। ਆਪਾਂ ਹੁਣ ਗੱਲ ਕਰਦੇ ਤੁਹਾਡੀ ਫੈਮਿਲੀ, ਜਿਹੜੇ ਪਰਿਵਾਰ, ਤੁਸੀਂ ਕਿਹਾ ਪਰਿਵਾਰ ਤੋਂ ਬਗੈਰ ਚੱਲਦੇ ਨਹੀਂ। ਤੁਹਾਡੀ ਵਾਈਫ ਉਹ ਵੀ ਜੌਬ ਕਰਦੇ ਨੇ, ਉਹ ਵੀ ਡਾਕਟਰੀ ਲਾਈਨ 'ਚ ਨੇ? ਨਹੀਂ, ਉਹ ਹਾਊਸ ਵਾਈਫ ਹੈ, ਟੋਟਲ ਹਾਊਸ ਵਾਈਫ ਹੈਗੀ। ਔਰ ਵੈਸੇ ਨਰਸ ਹੈਗੀ ਸੀ ਪਹਿਲੇ, ਥੀਏਟਰ ਨਰਸ ਹੈਗੀ ਸੀ, ਛੱਡ ਕੇ ਫਿਰ ਜਦੋਂ ਬੱਚਿਆਂ ਨੂੰ ਲੁੱਕ ਆਫਟਰ ਕੀਤਾ, ਤਾਂ ਫਿਰ ਬੱਚਿਆਂ ਦੇ ਵਾਸਤੇ ਇਸੇ ਕਰਕੇ ਬੱਚੇ ਸਹੀ ਨਿਕਲੇ ਹੈਗੇ। ਬਿਲਕੁਲ, ਉਹਨਾਂ ਨੇ ਬੱਚਿਆਂ ਨੂੰ ਜਿਹੜਾ ਸੰਭਾਲਿਆ ਸਾਰਾ, ਉਹਨਾਂ ਨੇ ਘਰ ਦੀ ਜਿਹੜੀ ਗ੍ਰਹਿਣੀ ਹੁੰਦੀ ਹੈ ਨਾ, ਉਹ ਘਰ ਸੰਭਾਲਦੀ ਹੈ। ਤੇ ਕਿੰਨੇ ਸਾਲ ਤੁਹਾਡੀ ਆਪਣੀ ਮੈਰਿਜ ਲਾਈਫ ਨੂੰ? 40 ਸਾਲ। 40 ਸਾਲ। 40 ਸਾਲਾਂ ਦੇ ਵਿੱਚ ਤੁਹਾਡਾ ਪੂਰਾ ਸਾਥ, ਜਿਹੜਾ ਤੁਹਾਡੀ ਵਾਈਫ ਦੇ ਸਾਥ ਪੂਰਾ ਸਾਥ, ਇਹਨਾਂ ਕੁਛ ਕਰਨਾ ਜਿਹੜਾ ਹਰ ਜਗ੍ਹਾ ਤੇ। ਹੁਣ ਵੀ ਜਿਸ ਤਰ੍ਹਾਂ ਮੈਂ ਹੈਗਾ, ਬਿਜ਼ੀ ਹੈਗਾ, ਅਸੀਂ ਫਿਰ ਡਬਲਿਨ ਸਿਟੀ ਇੰਟਰਫੇਥ ਫੋਰਮ ਬਣਿਆ। ਹਾਂਜੀ, ਉਹਦੇ ਵਿਚਕਾਰ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਪਾਈ, ਮੈਂ ਆਈ ਐਮ ਕੋ-ਫਾਊਂਡਰ ਫॉर दैट ਵਨ। ਅਸੀਂ 2016 ਚ ਇੰਟਰਫੇਥ ਚਾਰਟਰ ਲਿਖਿਆ, ਡਬਲਿਨ ਸਿਟੀ ਦੇ ਕਾਉਂਸਲ ਦੇ ਨਾਲ, ਮੇਅਰ ਦੇ ਨਾਲ ਮਿਲ ਕੇ। ਉਹ ਚਾਰਟਰ ਪੂਰਾ ਹੈਗਾ, ਹੁਣ ਪੂਰੇ ਯੂਰਪ ਵਿੱਚ ਗਿਆ ਹੋਇਆ ਚਾਰਟਰ, ਬਈ ਇਹ ਹਾਂ ਜੀ ਇੰਟਰਫੇਥ ਦਾ ਕਿਸ ਤਰ੍ਹਾਂ ਸਰਵ ਸਨਮਾਨ ਧਰਮ, ਸਾਰੇ ਨੂੰ ਸਮਾਨਤਾ ਦਿਓ, ਤੁਸੀਂ ਸਾਰਿਆਂ ਨੂੰ ਮਾਣ ਦਿਓ। ਇਹ ਅਸੀਂ ਉਹਦੇ ਵਿਚਕਾਰ ਰਿਕੋਗਨਾਈਜ਼ ਕਰਵਾਇਆ ਹੈਗਾ। ਜਿਸ ਟਰਬਨ ਡੇ ਹੈਗਾ, ਡਬਲਿਨ ਸਿਟੀ ਇੰਟਰਫੇਥ ਦੇ ਨਾਲ। ਟਰਬਨ ਡੇ ਜਿਹੜਾ ਉਹ ਤੁਸੀਂ? ਹਾਂਜੀ, ਹਰ ਸਾਲ ਮਨਾਉਂਦੇ ਆ। ਕਿੰਨੇ ਸਾਲਾਂ ਤੋਂ ਜਿਹੜਾ ਟਰਬਨ ਡੇ? ਮੈਂ 4-5 ਸਾਲ ਤੋਂ ਮਨਾ ਰਿਹਾ, 4-5 ਸਾਲ ਤੋਂ, ਕਿਉਂਕਿ ਉਹ ਕਈ ਵਾਰੀ ਦੋ ਜਗ੍ਹਾ ਤੇ ਮਨਾ ਦਿੰਦਾ ਸੀ। ਜਿੱਥੇ ਕੋਈ ਫੰਕਸ਼ਨ ਹੋ ਰਹੇ ਨੇ, ਉੱਥੇ ਇੱਕ ਸਟਾਲ ਲਗਾ ਕੇ ਮੈਂ ਹੈਗਾ, ਔਰ ਰਣਜੀਤ
ਹੈਗਾ, ਰਣਜੀਤ ਸਿੰਘ ਰਾਣਾ ਆ ਜਾਂਦਾ, ਸੁਖਵਿੰਦਰ ਰੰਧਾਵਾ ਆ ਜਾਂਦਾ, ਸੁਖਜਿੰਦਰ ਰੰਧਾਵਾ, ਇਹ ਮੇਰੇ ਨਾਲ ਆ ਕੇ ਸਾਰੇ ਬੰਦੇ ਖੜੇ ਹੁੰਦੇ ਨੇ ਤੇ ਇਹ ਪਗੜੀਆਂ ਸਾਡੇ ਕੋਲ ਹੈਗੀਆਂ, ਅਸੀਂ ਉਹਨਾਂ ਨੂੰ ਬੰਨ੍ਹਦੇ ਰਹਿੰਦੇ ਹਾਂ। ਮੈਂ ਆਰਗੇਨਾਈਜ਼ ਕਰਦਾ ਹੈਗਾ, ਇਹ ਯੰਗ ਬੰਦੇ ਮੇਰੇ ਨਾਲ ਚੱਲਦੇ ਨੇ, ਪਗੜੀ ਜਿਹੜੀ ਬੰਨ੍ਹ ਚਿੜ ਬਣ ਗਿਆ, ਮੈਂ ਵੀ ਬੰਦਾ ਹੈਗਾ, ਸਭ ਨੂੰ ਸਾਰਿਆਂ ਨੂੰ ਬੰਦੇ ਹੈਗਾ। ਤੇ ਇਹਦਾ ਅਸੀਂ ਜਿਸ ਤਰ੍ਹਾਂ ਹੋਰ ਰਿਲੀਜਨ ਦੇ ਬੰਦੇ ਹੈਗੇ ਨੇ ਉਹਨਾਂ ਨੂੰ ਬੰਦੇ ਆ ਪਗੜੀ, ਪਹਿਲੇ ਬੁੱਧਿਸਟ ਬਣੀ, ਉਹ ਸਾਰੇ ਫਿਰ ਸਾਰਾ ਦਿਨ ਉੱਥੇ ਫੰਕਸ਼ਨ ਦੇ ਵਿਚਕਾਰ ਘੁੰਮਦੇ ਨੇ ਪਗੜੀ ਬੰਨ੍ਹ ਕੇ। ਇਹ ਇੱਕ ਪ੍ਰੀਸਟ ਹੈਗਾ, ਇਹ ਵੀ ਬੜੀ ਵੱਡੀ ਪ੍ਰਾਪਤੀ ਹੈ। ਔਰ ਹਰ ਜਦੋਂ ਜਿੱਥੇ ਫੰਕਸ਼ਨ ਕਰਦੇ ਆ ਕੋਈ 100 ਕੋ ਬੰਦਿਆਂ ਨੂੰ ਪਗੜੀ ਬੰਨਦੇ ਆ, ਉਹ ਕੋਈ ਦੇ ਦਿੰਦੇ ਨੇ ਵਾਪਸ, ਕੋਈ ਨਹੀਂ ਦੇ, ਲੈ ਜਾਓ ਲੈ ਜਾਓ, ਤੁਸੀਂ ਨਾਲ ਆਪਣੇ ਆਨਰ ਲੈ ਕੇ ਜਾਓ ਸਾਰੇ ਕੋਲ। ਇਹ ਵੀ ਚੱਲ ਰਿਹਾ ਹੈਗਾ ਹੁਣ ਸਿੱਖ ਧਰਮ ਦੇ ਨਾਲ। ਅਸੀਂ ਜਿਸ ਤਰ੍ਹਾਂ ਹੁਣ ਕੋਵਿਡ ਦੇ ਵਿਚਕਾਰ ਵੀ ਸਾਰੀ ਜਗ੍ਹਾ ਸਿੱਖ ਧਰਮ ਦੇ ਨਾਲ, ਪੋਪ ਦੇ ਕਹਿਣੇ ਤੇ ਵੀ ਸਿੱਖ ਧਰਮ ਦੀ ਪ੍ਰੇਅਰ ਕੀਤੀ ਇੱਥੇ ਜ਼ੂਮ ਦੇ ਉੱਤੇ, ਆਰਟੀ ਦੇ ਨਾਲ ਪ੍ਰੇਅਰ ਕੀਤੀਆਂ ਅਸੀਂ। ਇਹ ਸਾਰੀ ਚੀਜ਼ਾਂ ਅਸੀਂ ਆਪਣਾ ਮੈਸੇਜ ਪੂਰਾ ਪਾਸ ਔਨ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਜੇ ਗਵਰਨਮੈਂਟ ਦੀ ਗੱਲ ਕਰੀਏ ਡਾਕਟਰ ਸਾਹਿਬ, ਗਵਰਨਮੈਂਟ ਜਿਹੜੀ ਆਇਰਲੈਂਡ ਦੀ ਗਵਰਨਮੈਂਟ ਆ ਉਹ ਕਿੰਨੀ ਸਪੋਰਟਡ ਆ? ਪੂਰੀ ਬੜੇ ਹੁਣ ਜੁਲਾਈ 2019 ਦੇ ਵਿਚਕਾਰ ਥੀਸ਼ਕ ਲਿਓ ਵਿਰਾਦਕਰ ਨੇ ਇੱਕ ਸੈਮੀਨਾਰ ਕੀਤਾ, ਪਲੈਨਰੀ ਸੈਸ਼ਨ ਕੀਤਾ, ਉਹਦੇ ਵਿਚਕਾਰ ਅਸੀਂ ਇਨਵਾਈਟਡ ਸਾਂ, ਮੈਂ ਇਨਵਾਈਟਡ ਸਾਂ ਉਹਦੇ ਵਿਚਕਾਰ ਅਸੀਂ ਪੂਰਾ ਦੱਸਿਆ, ਕਿਉਂਕਿ ਇਸ ਸਮੇਂ ਸਾਡੀ ਪ੍ਰੋਬਲਮ ਇਹ ਹੈ ਕਿ ਇਹਨਾਂ ਨੇ ਸਿੱਖ ਰਿਲੀਜਨ ਨੂੰ ਸਕੂਲ ਦੇ ਵਿਚਕਾਰ ਨਹੀਂ ਪੜ੍ਹਾ ਰਹੇ। ਅਸੀਂ ਕਹਿੰਦੇ ਸਿੱਖ ਰਿਲੀਜਨ ਨੂੰ ਸਕੂਲ ਦੇ ਵਿਚਕਾਰ ਪੜ੍ਹਾਓ। ਇਹ ਉੱਥੇ ਮਿਨਿਸਟਰ ਨੂੰ ਦੱਸਿਆ ਗਿਆ ਕਿ ਤੁਹਾਡੇ ਟੀਚਰਸ ਨੂੰ ਨਹੀਂ ਪਤਾ ਸਿੱਖੀਜ਼ਮ ਦੇ ਬਾਰੇ, ਤੁਸੀਂ ਪਹਿਲੇ ਟੀਚਰਸ ਨੂੰ ਟ੍ਰੇਨ ਕਰੋ, ਅਸੀਂ ਉਹਨਾਂ ਨੂੰ ਟ੍ਰੇਨ ਕਰਾਂਗੇ। ਅਸੀਂ ਗਾਰਡਨ ਨੂੰ ਵੀ ਕਿਹਾ ਹੈਗਾ, ਤੁਹਾਨੂੰ ਜ਼ਰੂਰਤ ਹੈ, ਅਸੀਂ ਤੁਹਾਡੇ ਉੱਥੇ ਆ ਕੇ ਲੈਕਚਰ ਦੇ ਕੇ ਲੋਕਾਂ ਨੂੰ ਦੱਸਾਂਗੇ ਕਿ ਸਿੱਖੀਜ਼ਮ ਕੀ ਹੈਗਾ। ਅੱਜ ਮੈਂ ਹੈਗਾ, ਹੋਰ ਹੈਗੇ, ਸਾਡੇ ਬੰਦੇ ਤਿਆਰ ਹੋ ਰਹੇ ਹੈਗੇ ਕਮਿਊਨਿਟੀ ਦੇ ਵਿਚਕਾਰ, ਜਿਹੜੇ ਫਰੰਟ ਤੇ ਆਉਣਾ ਚਾਹੁੰਦੇ ਹਨ ਚੀਜ਼ਾਂ। ਤੇ ਇਹ ਚਲੋ ਸਰਕਾਰ ਦੀ ਜੇ ਗੱਲ ਕਰੀ, ਸਰਕਾਰ ਪੂਰੀ ਤਰ੍ਹਾਂ ਤੁਹਾਡੇ ਨਾਲ, ਤੁਹਾਡੀ ਮਦਦ ਬਿਲਕੁਲ ਮਦਦ ਕਰਦੀ ਹੈ ਜਿੱਥੇ ਜਿੱਥੇ ਹੈਗਾ। ਤੇ ਜੇ ਆਪਾਂ ਗੱਲ ਕਰੀਏ ਕਿ ਆਪਾਂ ਚਲੋ ਸਿੱਖ ਧਰਮ ਦਾ ਸਾਡੀ ਜਗ੍ਹਾ ਤੇ ਹਮੇਸ਼ਾ ਬਣ ਜਾਂਦੀ ਹੈ, ਕੋਸ਼ਿਸ਼ ਕਰਦੇ ਕਿ ਕਲਚਰ, ਜਿੱਦਾਂ ਤੁਸੀਂ ਪ੍ਰਾਈਮ ਮਿਨਿਸਟਰ ਸਾਹਿਬ ਦੀ ਗੱਲ ਕੀਤੀ ਕਿ ਤੁਹਾਨੂੰ ਤੁਹਾਡੀ ਗੱਲ ਸੁਣਨ ਦਾ ਜਾਂ ਤੁਹਾਡੇ ਨਾਲ ਅਟੈਚ ਵੀ ਨੇ ਪਾਰਟੀ ਤੋਂ ਇਲਾਵਾ, ਕਿਉਂਕਿ ਸੋਸ਼ਲ ਐਕਟੀਵਿਟੀ ਦੇ ਵਿੱਚ ਜਾਂ ਕਲਚਰ ਐਕਟੀਵਿਟੀ ਬੜੇ ਇਨਵੋਲਵ, ਕੀ ਤੁਸੀਂ ਉਹਨਾਂ ਨੂੰ ਇਦਾਂ ਦੀ ਮੰਗ ਰੱਖੀ ਜਿਹਦੇ ਨਾਲ ਸਾਡੇ ਗੁਰੂ ਘਰ ਦਾ ਬਣਿਆ ਕੋਈ ਕਲਚਰ, ਇੱਕ ਇਦਾਂ ਦਾ ਸਾਡੇ ਕੋਲ ਜਗ੍ਹਾ ਹੋਵੇ ਜਿੱਥੇ ਅਸੀਂ ਸਾਰੇ ਬੱਚੇ ਜਿਹੜੇ ਨੇ ਸਾਡੇ ਬਹਿ ਕੇ ਇੱਕ ਲਾਇਬ੍ਰੇਰੀ ਦੇ ਨਾਲ ਇੱਕ ਕਲਚਰ ਐਕਟੀਵਿਟੀਆਂ ਵਾਸਤੇ ਵੀ ਜਗ੍ਹਾ ਮਿਲ ਜਾਏ, ਸਾਡੇ ਬੱਚੇ ਰਿਲੀਜਨ ਦੇ ਨਾਲ, ਕਲਚਰ ਦੇ ਨਾਲ ਵੀ ਜੁੜੇ ਰਹਿਣ। ਇਹ ਕੌਂਸਲ ਦੇ ਨਾਲ ਗੱਲ ਕਰਨੀ ਹੁੰਦੀ ਹੈ, ਔਰ ਕੌਂਸਲ ਦੇ ਨਾਲ ਗੱਲ ਕੀਤੀ ਹੈ। ਉਹਨਾਂ ਨੂੰ ਕਈ ਵਾਰੀ ਇਹਨਾਂ ਚੀਜ਼ਾਂ ਨੂੰ ਉਹਨਾਂ ਦੇ ਸਾਹਮਣੇ ਮੰਗ ਰੱਖੀ ਗਈ ਹੈਗੀ ਕਿ ਸਾਨੂੰ ਕਲਚਰ, ਉਹ ਕਹਿੰਦੇ ਅਸੀਂ ਕਲਚਰਲ ਕਮਿਊਨਿਟੀ ਵਾਸਤੇ ਨਹੀਂ ਦੇ ਸਕਦੇ, ਲੇਕਿਨ ਤੁਸੀਂ ਆਪਣਾ ਬਣਾਓ, ਅਸੀਂ ਤੁਹਾਨੂੰ ਸਪੋਰਟ ਕਰ ਦਾਂਗੇ। ਮੈਂ ਕਿਹਾ ਸਾਨੂੰ ਜ਼ਮੀਨ ਦੇ ਦਿਓ, ਸਾਨੂੰ ਖਾਲੀ ਜ਼ਮੀਨ ਚਾਹੀਦੀ ਹੈ ਤੁਹਾਡੇ ਕੋਲ, ਅਸੀਂ ਆਪਣੇ ਆਪ ਬਣਾ ਲਾਂਗੇ। ਇਹ ਜਿਹੜੀ ਕੋਸ਼ਿਸ਼ ਕਰ ਰਹੇ ਹੋ, ਕਿੱਥੋਂ ਤੱਕ ਇਹਨੂੰ ਕਿੰਨਾ ਕੁ ਅਜੇ ਕਹਿ ਲਓ ਕਿ ਬੂਰ ਲੱਗਾ ਜਾਂ ਨਹੀਂ, ਜਾਂ ਸ਼ੁਰੂਆਤ ਹੋਈ? ਇਹਦੀ ਸ਼ੁਰੂਆਤ ਹੀ ਹੈਗੀ ਹਾਲੇ, ਸ਼ੁਰੂਆਤ ਹੀ ਹੈਗੀ। ਵੀ ਆਰ ਟਾਕਡ ਵਿਦ ਦ ਕਾਉਂਸਲ ਨਾਲ ਗੱਲ ਕੀਤੀ ਹੈਗੀ, ਇੱਕ ਮਤਲਬ ਮੀਟਿੰਗਸ ਵਿੱਚ ਕਰ ਰਹੇ ਨਾਲ ਗੱਲ ਕੀਤੀ ਹੈ ਕਿ ਸਾਨੂੰ ਦਿਓ ਤੁਸੀਂ। ਉਹਨਾਂ ਕਿਹਾ ਤੁਸੀਂ ਸਾਰੇ ਮੰਗਦੇ ਨੇ ਜ਼ਮੀਨ, ਅਸੀਂ ਸਾਰਿਆਂ ਨੂੰ ਨਹੀਂ ਦੇ ਸਕਦੇ, ਲੇਕਿਨ ਤੁਸੀਂ ਅਗਰ ਜੇ ਪ੍ਰਾਈਵੇਟਲੀ ਖਰੀਦ ਲਓ ਤੇ ਉਹ ਬੈਟਰ ਹੈ ਕਿ ਅਸੀਂ ਤੁਹਾਨੂੰ ਪਰਮਿਸ਼ਨ ਦੇ ਦਾਂਗੇ ਉੱਥੇ ਬਣਾ ਕੇ। ਮਤਲਬ ਦੇ ਆਰ ਵਿਲਿੰਗ ਟੂ ਹੈਲਪ ਅਸ। ਡਾਕਟਰ ਸਾਹਿਬ, ਇਹ ਤੁਹਾਡੇ ਸਾਰੇ ਅਸੀਂ ਗੱਲਬਾਤ ਕੀਤੀ, ਮੈਂ ਫਿਰ ਇੱਕ ਵਾਰ ਤੁਹਾਡੇ ਪਰਿਵਾਰ ਦੇ ਵਿੱਚ ਆਉਣਾ। ਪਰਿਵਾਰ ਦੇ ਵਿੱਚ ਤੁਹਾਡੀ ਵਾਈਫ, ਤੁਸੀਂ ਕਹਿ ਰਹੇ ਕਿ ਪੂਰਾ ਉਹਨਾਂ ਨੇ ਤੁਹਾਡੀ ਹੈਲਪ ਕੀਤੀ ਜੀ। ਇਸ ਤੋਂ ਇਲਾਵਾ ਹੁਣ ਤੁਸੀਂ ਡਾਕਟਰੀ ਤੋਂ ਰਿਟਾਇਰਮੈਂਟ ਹੋ ਗਈ, ਤੁਹਾਡਾ ਗਾਂ ਫਿਊਚਰ ਦੇ ਵਿੱਚ ਕੀ ਪਲਾਨ ਹੈ? ਫਿਊਚਰ ਵਿੱਚ ਕਰ ਰਹੀ ਹੈ ਕਿ ਜਿੱਥੇ ਅਸੀਂ ਆਪਣੀ ਕਮਿਊਨਿਟੀ ਨੂੰ ਹੈਗਾ ਇਹਨੂੰ ਹੋਰ ਅੱਗੇ ਲੈ ਕੇ ਜਾਈਏ, ਕਿਉਂਕਿ ਹੁਣ ਸਾਡੇ ਕੋਲ ਟਾਈਮ ਵੀ ਜ਼ਿਆਦਾ ਹੈ। ਪਰਿਵਾਰ ਕੀ ਸੋਚਦਾ ਇਸ ਬਾਰੇ? ਕਿ ਪਰਿਵਾਰ ਕਹਿੰਦਾ ਕਿ ਹੁਣ ਬਹੁਤ ਹੋ ਗਿਆ? ਨਾ ਕਹਿੰਦਾ ਕਿਉਂ ਨਹੀਂ, ਕਿੰਨੇ ਦਿਨ ਹੈਗੇ ਆ, ਜਦੋਂ ਤੱਕ ਹੈਗੇ ਆ ਸਿਰ ਉੱਚਾ ਕਰਕੇ ਜੀਏ। ਇੱਕ ਗੱਲ ਹੋਰ ਵੀ ਸੀ, ਜਦੋਂ ਕੋਵਿਡ-19 ਚੱਲ ਰਿਹਾ, ਤੁਸੀਂ ਇਹ ਵੀ ਮੈਂ ਚਰਚਾ ਵਿੱਚ ਆਇਆ ਕਿ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਫਿਰ ਇਹਨਾਂ ਨੂੰ ਗਵਰਨਮੈਂਟ ਨੂੰ ਆਫਰ ਕੀਤਾ ਕਿ ਮੈਂ ਤੁਹਾਡੀ ਸੇਵਾ ਦੇ ਵਿੱਚ ਆ ਜਾਵਾਂ ਜੀ। ਪਰ ਉਹ ਕਿਉਂਕਿ ਮੈਂ 65 ਤੋਂ ਉੱਪਰ ਹੈਗਾ, 69 ਦਾ ਹੈਗਾ ਮੈਂ, ਤਾਂ ਉਹਨਾਂ ਨੇ ਮੈਨੂੰ ਬੁਲਾਇਆ ਨਹੀਂ, ਲੇਕਿਨ ਅਗਰ ਜ਼ਰੂਰਤ ਪੈਂਦੀ ਤੇ ਦੇ ਵੁੱਡ ਹੈਵ ਕਾਲਡ ਮੀ। ਮੈਂ ਹਸਪੀਟਲ ਨੂੰ, ਆਪਣੇ ਹਸਪੀਟਲ ਨੂੰ ਇਨਫੋਰਮ ਕੀਤਾ ਹੋਇਆ ਸੀ ਬਈ ਤੁਹਾਨੂੰ ਜ਼ਰੂਰਤ ਹੋਏ ਮੈਂ, ਲੇਕਿਨ ਮੇਰੇ ਦੂਜੇ ਕੋਲੀਗ ਕਹਿੰਦੇ ਸੀ, ਉਹ ਕਹਿੰਦੇ ਸੀ ਲੋਕ you are too old to come here now. ਤੁਸੀਂ ਆਰਾਮ ਕਰੋ, ਜ਼ਰੂਰਤ ਹੋਏਗੀ ਤੇ ਅਸੀਂ ਬੁਲਾ ਲਾਂਗੇ। ਰਜਿਸਟ੍ਰੇਸ਼ਨ ਕਰਾ ਲਈ ਉਹਨਾਂ ਨੇ ਕੋਈ ਆਪਣੀ ਸੇਫਟੀ ਵਾਸਤੇ ਜਾਂ ਆਪਣੀ ਸੇਫਟੀ ਕਰਕੇ ਜਿਹੜੇ ਉਹ ਕਹਿੰਦੇ ਕਿ ਮਤਲਬ ਜਿੰਨੇ ਐਲਡਰਲੀ ਬੰਦੇ ਹੈਗੇ ਉਹਨਾਂ ਨੂੰ, ਕਿਉਂਕਿ ਜ਼ਿਆਦਾ, ਕਿਉਂਕਿ ਮੈਂ ਡਾਇਬੀਟੀਜ਼ ਵੀ ਹੈ, ਇਸ ਕਰਕੇ ਉਹਨਾਂ ਨੇ ਕਿਹਾ ਕਿ ਤੁਸੀਂ ਥੋੜਾ ਜਿਹਾ ਆਰਾਮ ਕਰੋ, ਜ਼ਰੂਰਤ ਹੋਏਗੀ ਜਦੋਂ ਆ ਹੀ ਜਾਏਗੀ। ਇਹ ਗਵਰਨਮੈਂਟ ਨੇ ਬਹੁਤ ਵਧੀਆ ਐਫਰਟ ਕੀਤੇ ਤੇ ਬੜੇ ਵਧੀਆ ਤਰੀਕੇ ਨਾਲ ਦੇ ਨਾਲ। ਆਪਾਂ ਗੱਲ ਕਰ ਰਹੇ ਹੁਣ
ਰਿਟਾਇਰਮੈਂਟ ਦੀ ਜ਼ਿੰਦਗੀ ਤੇ ਪਹਿਲੀ ਜ਼ਿੰਦਗੀ 'ਚ ਕੀ ਫਰਕ ਸੀ ਮਹਿਸੂਸ ਕਰ ਹੁਣ ਉਹ ਨਹੀਂ, ਅਸੀਂ ਉੱਥੇ busy ਹਾਂ, ਅਸੀਂ ਉੱਥੇ busy ਉਹਨੇ ਹਾਂ। ਆਪਣੇ ਆਪ ਨੂੰ ਬਿਜ਼ੀ ਰੱਖਿਆ ਹਾਂ, ਆਪਣੇ ਆਪ ਨੂੰ ਦੇਖੋ ਨਾ ਹੁਣ ਵੀ ਕਿਤੇ ਤੁਹਾਡੀ ਰੁਟੀਨ ਕੀ ਹੈ ਸ਼ੁਰੂਆਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਤੱਕ? ਆਪਣੇ ਪਾਠ ਕਰ ਲਓ ਨਾ। ਹਾਂਜੀ। ਗੁਰੂ ਬਾਬਾ ਜੀ ਇਹ ਮਤਲਬ ਘਰ ਅਸੀਂ ਉਹਨਾਂ ਦੇ ਘਰ ਰਹਿੰਦੇ ਹੈਗੇ ਤੇ ਅਸੀਂ ਉਹ ਪਾਠ ਕਰਦੇ ਰਹਿੰਦੇ ਘਰ। ਜਿਸ ਤਰ੍ਹਾਂ ਹੋਰ ਵੀ ਬੱਚੇ ਜਿਹੜੇ ਹੈਗੇ ਕਈ ਯੰਗ ਲੜਕੀਆਂ ਹੈਗੀਆਂ ਤੇ ਮੇਰੀ ਸਿਸਟਰ ਮੇਰੀ ਬੇਟੀ ਦੀ ਸਹੇਲੀਆਂ ਹੈਗੀਆਂ ਮੇਰੀ ਵਾਈਫ ਤੇ ਉਹ ਸਾਰੇ ਮਿਲ ਕੇ ਸੁਖਮਨੀ ਸਾਹਿਬ ਦਾ ਪਾਠ ਜ਼ੂਮ ਤੇ ਕਰਦੇ ਸਨ ਤੇ ਉਹਨਾਂ ਦੇ ਨਾਲ ਮੈਂ ਬੈਠ ਕੇ ਉਹ ਜ਼ੂਮ ਤੇ ਉੱਤੇ ਕਰਨਾ ਹੈਗਾ ਤੇ ਉਹਨਾਂ ਨੂੰ ਸਭ ਨੂੰ ਪਤਾ ਕਿ ਅੰਕਲ ਨਾਲ ਕਰੇਗਾ ਸਾਡੇ। ਤੇ ਹੋਰ ਇਸ ਤੋਂ ਇਲਾਵਾ ਕੋਈ ਹੋਰ ਐਕਟੀਵਿਟੀ ਜੇ ਕਿਤੇ ਜਾਂਦੇ ਹੋ ਆਪਣੇ ਬਿਜ਼ਨਸ ਜਿਸ ਤਰ੍ਹਾਂ ਆਪਣੇ ਯੂਰੇਸ਼ੀਆ ਬਿਜ਼ਨਸ ਦੇਖ ਲਈਦਾ। ਅੱਛਾ, ਉੱਥੇ ਵੀ ਤੁਹਾਡਾ ਉਹ ਵੀ ਤੁਹਾਡਾ ਡਬਲਿਨ ਸਿਟੀ ਇੰਟਰਫੇਅਰ ਦਾ ਹੈਗਾ ਕੰਮ ਉਹ ਉਹ ਵੀ ਕਰਦਾ ਹੈਗਾ। ਜਿਸ ਤਰ੍ਹਾਂ ਮੈਕੋਲਿਫ ਦਾ ਹੈਗਾ ਸੀ ਮੈਂ ਲਿਮਰਿਕ ਸਿਟੀ ਕਾਉਂਸਲ ਦੇ ਨਾਲ ਅਸੀਂ ਕੀਤਾ। ਮੈਕਸ ਆਰਥਰ ਮੈਕੋਲਿਫ ਇਹ ਇੰਡੀਆ 'ਚ ਰਿਹਾ ਹੈਗਾ 1862-63 ਵਿੱਚ ਗਿਆ ਸੀ ਇੰਡੀਆ ਦੇ ਵਿਚਕਾਰ ਬ੍ਰਿਟਿਸ਼ ਦੇ ਵਿਚਕਾਰ। ਇਹ ਡਿਵੀਜ਼ਨਲ ਜੱਜ ਰਿਟਾਇਰ ਹੋਇਆ ਪੰਜਾਬ ਦੇ ਵਿਚਕਾਰ ਐਟ ਦੈਟ ਟਾਈਮ ਔਰ ਅਸਿਸਟੈਂਟ ਕਮਿਸ਼ਨਰ ਹੈਗਾ ਸੀ ਪੰਜਾਬ ਦਾ। ਇਹਨੇ ਜਦੋਂ ਪ੍ਰੋਫੈਸਰ ਸੁਦੂਰ ਸਿੰਘ ਨੂੰ ਮਿਲਿਆ ਤੇ ਇਹ ਬੜਾ ਇੰਪ੍ਰੈਸ ਹੋਇਆ ਸਿੱਖੀਜ਼ਮ ਤੋਂ। ਇਹਨੇ ਫਿਰ ਉਹਨਾਂ ਦੇ ਨਾਲ ਮਿਲ ਕੇ ਪੰਜਾਬੀ ਸਿੱਖੀ ਪੂਰੀ ਔਰ ਇਹਨੇ ਗੁਰੂ ਗ੍ਰੰਥ ਸਾਹਿਬ ਦੀ 6-7 ਸਿੱਖਾਂ ਦੇ ਨਾਲ ਮਿਲ ਕੇ ਜਿਹਦੇ 'ਚ ਭਾਈ ਕਾਨ ਸਿੰਘ ਨਾਭਾ ਇਹਨਾਂ ਦੇ ਨਾਲ ਸਨ ਉਹਨਾਂ ਦੇ ਨਾਲ ਮਿਲ ਕੇ ਇਹਨੇ ਗੁਰੂ ਗ੍ਰੰਥ ਸਾਹਿਬ ਦੀ ਕਈ ਪਾਰਟਸ ਦੀ ਟ੍ਰਾਂਸਲੇਸ਼ਨ ਕੀਤੀ ਔਰ ਪੂਰੀ ਸਿੱਖ ਹਿਸਟਰੀ ਲਿਖੀ ਜਿਹੜੀ ਕਿ 6 ਵੋਲਿਊਮ ਵਿੱਚ ਕਿਤਾਬ ਹੈਗਾ ਸਿੱਖ ਰਿਲੀਜਨ ਬਾਈ ਮੈਕਸ ਆਰਥਰ ਮੈਕਾਲੇ। ਔਰ ਉਹ ਬੰਦਾ ਜਿਹੜਾ ਹੈਗਾ ਆਰਿਸ਼ ਹੈਗਾ, ਬੌਰਨ ਇਨ ਆਰਿਸ਼, ਕੈਥਲਿਕ ਹੈਗਾ, ਗਾਲਵੇ ਯੂਨੀਵਰਸਿਟੀ ਤੋਂ ਨੇ ਡਿਗਰੀ ਕੀਤੀ ਸੀ ਆਪਣੀ। ਉਹ ਇੱਥੇ ਟੈਂਪਲ ਗਲੈਂਟਨ ਇੱਕ ਜਗ੍ਹਾ ਹੈਗੀ ਕਾਉਂਟੀ ਲਿਮਰਿਕ। ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰ ਫੇਰ ਸਵਾਗਤ ਕਰੋ ਰਿੰਪੀ ਪੰਜਾਬੀ ਦੀ ਬਹੁਤ ਪਿਆਰੀ ਸਤਿ ਸ਼੍ਰੀ ਅਕਾਲ ਨਮਸਕਾਰ ਜ਼ਿੰਦਗੀ ਦੇ ਸਫ਼ਰ ਵਿੱਚ ਫੇਰ ਇੱਕ ਵਾਰ ਤੁਹਾਡਾ ਸਵਾਗਤ ਹੈ ਜੀ। ਅੱਜ ਸਾਡੇ ਨਾਲ ਬੜੀ ਮਹਾਨ ਸ਼ਖਸੀਅਤ ਡਾਕਟਰ ਜਸਵੀਰ ਸਿੰਘ ਪੁਰੀ ਸਾਡੇ ਨਾਲ ਨੇ। ਅਸੀਂ ਕਾਫੀ ਗੱਲਾਂ ਕਰ ਚੁੱਕੇ ਹਾਂ, ਹੁਣ ਹੋਰ ਫੇਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਪਾਉਂਦੇ। ਡਾਕਟਰ ਸਾਹਿਬ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਜ਼ਿੰਦਗੀ ਸਫ਼ਰ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਤੁਸੀਂ ਸੋਸ਼ਲ ਐਕਟੀਵਿਟੀ ਦੇ ਨਾਲ ਆਇਰਲੈਂਡ ਦੇ ਵਿੱਚ ਕਾਫੀ ਲੋਕਾਂ ਨੂੰ ਆਪਣੇ ਧਰਮ ਬਾਰੇ, ਆਪਣੇ ਕਲਚਰ ਬਾਰੇ, ਆਪਣੇ ਵਿਰਸੇ ਬਾਰੇ ਬਹੁਤ ਕੁਝ ਦੱਸਿਆ। ਇੱਕ ਜੌਬ ਦੇ ਨਾਲ ਨਾਲ ਤੁਸੀਂ ਇਹ ਕੰਮ ਕੀਤਾ, ਇੱਕ ਵਾਕਈ ਐਪਰੀਸ਼ੀਏਟ ਵਾਲਾ। ਪਰ ਮੁਸ਼ਕਲਾਂ ਤਾਂ ਹੁੰਦੀਆਂ ਹੋਣਗੀਆਂ ਆਪਣੀ ਫੈਮਿਲੀ ਨੂੰ ਹੈਂਡਲ ਕਰਨਾ, ਜੌਬ ਦੇਖਣਾ, ਔਰ ਇਹ ਉਹਦੇ ਨਾਲ ਨਾਲ ਤੁਸੀਂ ਇਹ ਜਿਹੜੀਆਂ ਲੋਕਾਂ ਦੇ ਅਵੇਅਰ ਕਰਨਾ, ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਸਾਡੇ ਬਾਰੇ ਪਤਾ ਨਹੀਂ, ਕਿਉਂਕਿ ਇੱਥੇ ਬਹੁਤ ਘੱਟ ਕਮਿਊਨਿਟੀ ਹੈ ਸਾਡੀ। ਦੇਖੋ ਜੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿਚਕਾਰ ਤੁਹਾਨੂੰ ਫੈਮਿਲੀ ਦੀ ਸਪੋਰਟ ਚਾਹੀਦੀ ਹੈ। ਫੈਮਿਲੀ ਦੀ ਸਪੋਰਟ ਤੋਂ ਬਿਨਾ ਤੁਸੀਂ ਕੁਝ ਨਹੀਂ ਕਰ ਸਕਦੇ। ਹੁਣ ਜਿਸ ਤਰ੍ਹਾਂ ਮੇਰੀ ਵਾਈਫ ਹੀ ਆ, ਉਹਨੇ ਬੱਚਿਆਂ ਨੂੰ ਸਿੱਖ ਬਣਾਇਆ ਪੂਰਾ ਰਿਟਾਇਰ ਦੇ ਨਾਲ, ਪੂਰੇ ਸਰੂਪ ਵਿੱਚ ਹੈਗਾ ਮੇਰਾ ਬੇਟਾ, ਨਾ ਸ਼ਰਾਬ ਪੀਂਦਾ ਨਾ ਕੋਈ ਡਰਾਗ ਨਾ ਕੋਈ ਸਿੱਧਾ ਸਾਦਾ, ਬਿਲਕੁਲ ਸਿੱਧਾ ਹੈਗਾ। ਇਹਦੇ ਨਾਲ ਨਾਲ ਬੇਟੀ ਦੀ ਗੱਲ ਕਰੀਏ ਤਾਂ ਮੇਰੀ ਬੇਟੀ ਵੀ ਪੂਰੀ ਗੁਰਸਿੱਖ ਨਾਲ ਗਈ ਹੈ, ਗੁਰਸ਼ਰਨ ਸਿੰਘ ਦੇ ਨਾਲ। ਉਹਨਾਂ ਦੀ ਫੈਮਿਲੀ ਗੁਰੂ ਘਰ ਦੇ ਨਾਲ ਜੁੜੀ ਹੋਈ ਆ, ਆਪਣੇ ਘਰ ਨਾਲ ਬੜੇ ਅੱਛੇ ਤਰ੍ਹਾਂ ਜੁੜੇ ਹੋਏ ਨੇ। ਇਹ ਫੈਮਿਲੀ ਸਪੋਰਟ ਬਿਨਾਂ ਤੁਸੀਂ ਕੋਈ ਕੰਮ ਨਹੀਂ ਕਰ ਸਕਦੇ, ਕਿਉਂਕਿ ਫੈਮਿਲੀ ਪੂਰੀ ਸਪੋਰਟ ਤੁਹਾਡੀ ਗਈ। ਹੁਣ ਸਾਡਾ ਇਸ਼ੂ ਇੱਥੇ ਕਿ ਹੋ ਗਿਆ ਸੀ ਗਾਰਡਾ ਦੇ ਨਾਲ ਟਰਬਨ ਦੇ ਉੱਪਰ। ਰਵਿੰਦਰ ਸਿੰਘ ਓਬਰਾਏ ਇਹਨਾਂ ਨੇ ਗਾਰਡਾ ਦੀ ਟ੍ਰੇਨਿੰਗ ਕਰ ਰਹੇ ਸਨ। ਜਦੋਂ 3rd ਮੋਡਿਊਲ ਤੇ ਪਏ, ਉਹਨਾਂ ਨੇ ਕਿਹਾ ਤੁਸੀਂ ਵਰਦੀ ਨਹੀਂ ਪਾ ਸਕਦੇ, ਪਗੜੀ ਜਾਂ ਤਾਂ ਵਾਲ ਕਟਾਓ ਜਾਂ ਉਹ ਕਰੋ। ਇਸ ਤਰ੍ਹਾਂ ਸਕੂਲਾਂ ਦੇ ਵਿਚਕਾਰ ਵੀ ਹੋਇਆ। ਬੱਚਿਆਂ ਦੀ ਦਾੜੀ ਆਉਂਦੀ ਹੈ ਕਿ ਤੁਸੀਂ ਇਹ ਦਾੜੀ ਕੱਟ ਦਿਓ, ਤੁਸੀਂ ਨਹੀਂ ਰੱਖ ਸਕਦੇ ਸਕੂਲਾਂ। ਫਿਰ ਉਹ ਸਕੂਲਾਂ ਨੂੰ ਐਕਸਪਲੇਨ ਕੀਤਾ ਕਿ ਅਸੀਂ ਰੱਖਦੇ ਹਾਂ, ਐਂਡ ਉਹ ਸਕੂਲਾਂ ਨੇ ਐਗਰੀ ਕੀਤਾ ਸਾਡੇ ਨਾਲ। ਗਾਰਡਾ ਨੇ ਉਹਨੂੰ ਕੱਢ ਦਿੱਤਾ, ਨਹੀਂ ਕੀਤਾ। ਸਾਡੀ ਗਾਰਡਾ ਦੇ ਨਾਲ ਜੁਲਾਈ 07 ਤੋਂ ਡਿਸਕਸ਼ਨ ਚੱਲ ਰਹੀ ਆ। ਵਿਚਕਾਰ ਸਾਡੇ ਆਪਣੀ ਕੁਝ ਹੈਗੇ ਸਨ ਡਿਫਰੈਂਸਿਸ ਆਪਸ ਵਿੱਚ, ਜਿਹੜੇ ਕਿ ਉਹ ਅੱਗੇ ਤੋੜ ਨਹੀਂ ਚੜਿਆ ਕੰਮ। ਇਕੁਐਲਿਟੀ ਕਮਿਸ਼ਨ ਤੋਂ ਅਸੀਂ ਕੇਸ ਹਾਰ ਗਏ, ਫਿਰ ਕੇਸ ਅੱਗੇ ਚਲਿਆ, ਲੇਕਿਨ ਉਹ ਕਿਸੇ ਬੰਨੇ ਨਹੀਂ ਲੱਗ ਰਿਹਾ ਸੀ। ਲੇਕਿਨ ਇਹ ਸੀ ਕਿ ਮੈਂ, ਕਿਉਂਕਿ ਗਾਰਡਾ ਦੇ ਹਰ ਸਾਲ ਉਹਨਾਂ ਦੇ ਮੈਮੋਰੀਅਲ ਤੇ ਜਿਹੜੇ ਗਾਰਡਾ ਮਰ ਜਾਂਦੇ ਨੇ ਔਨ ਡਿਊਟੀ, ਉਹਨਾਂ ਦੇ ਮੈਮੋਰੀਅਲ ਤੇ ਮੈਂ ਪ੍ਰੇਅਰ ਕਰਦਾ ਸੀ, ਸਿੱਖ ਪ੍ਰੇਅਰ। ਔਰ ਕਮਮੋਰੇਸ਼ਨ ਡੇ ਹੈਗਾ ਇੱਥੇ, ਨੈਸ਼ਨਲ ਕਮਮੋਰੇਸ਼ਨ ਡੇ, ਉਹਦੇ ਵਿਚਕਾਰ ਅਸੀਂ ਇਨਕਲੂਡਡ ਹੈਗੇ ਸਾਂ। ਅਸੀਂ ਹਮੇਸ਼ਾ ਚਾਹੁੰਦੇ ਸਾਂ ਉਹਦੇ ਉੱਪਰ ਸਿੱਖ ਧਰਮ ਦੇ ਇਨਵਾਈਟ ਕਰਦੇ ਸਾਂ। ਫਿਰ ਅਸੀਂ ਜਦੋਂ ਇਹਨਾਂ ਦੇ ਨਾਲ ਕੀਤੀ ਤੇ ਹੁਣ ਜਿਹੜਾ ਕਮਿਸ਼ਨਰ ਆਇਆ, ਆਈ ਕੈਪਟ ਔਨ, ਮਤਲਬ ਉਹਨਾਂ ਨੂੰ ਹਮੇਸ਼ਾ ਕਿੱਧਰ ਵੀ ਸੈਮੀਨਾਰ ਦੇ ਵਿਚਕਾਰ ਅਸੀਂ ਇਨਵਾਈਟ ਕਰਦੇ ਨੇ। ਅਸੀਂ ਉਹਨਾਂ ਨੂੰ ਪਗੜੀ ਦੀ ਯਾਦ ਦਿਵਾਉਂਦੇ ਸਾਂ ਕਿ ਤੁਸੀਂ ਭੁੱਲੋ ਨਾ, ਸਿੱਖ ਹਮੇਸ਼ਾ ਪੁਲਿਸ ਤੇ ਆਰਮੀ ਜਾਣਾ ਚਾਹੁੰਦੇ ਨੇ, ਕਿਉਂਕਿ ਇਹ ਮੁਲਕ ਦੀ ਸੇਵਾ ਹੁੰਦੀ ਹੈ।
ਅਸੀਂ ਇਹਨੂੰ ਲਾਈਕ ਕਰਦੇ ਹੈਗੇ ਹਾਂ। ਜੇ ਗੱਲ ਕਰੀਏ ਸ਼ੁਰੂਆਤ ਦੇ ਵਿੱਚ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਇਸ ਦੀ, ਹਾਂਜੀ। ਤੇ ਹੁਣ ਚ ਕਿੰਨਾ ਕੁ ਫਰਕ ਹੈ? ਹੁਣ ਫਰਕ ਇਹ ਹੈਗਾ ਕਿ ਹੁਣ ਲੋਕ ਸਿੱਖਾਂ ਨੂੰ ਜਾਣਦੇ ਨੇ, ਗਾਰਡਸ ਨੂੰ ਪਤਾ ਹੈ ਸਿੱਖਾਂ ਦੇ ਬਾਰੇ 'ਚ, ਹੁਣ ਇਹਨਾਂ ਸਭ ਚੀਜ਼ਾਂ ਦੇ ਬਾਰੇ ਗਾਰਡਸ ਨੂੰ ਪਤਾ ਹੈਗਾ, ਤੇ ਉਹਨਾਂ ਨੇ ਹੁਣ ਪਗੜੀ ਅਲਾਉ ਕਰ ਦਿੱਤੀ ਹੈਗੀ। ਤੇ ਜਿਸ ਦਿਨ ਪਗੜੀ ਅਲਾਉ ਕੀਤੀ ਸੀ ਉਹ ਸੀ 7 ਅਪ੍ਰੈਲ 2019 ਅਲਾਉ ਕੀਤੀ ਸੀ। ਮੈਂ ਉਸ ਸਮੇਂ ਵੀ ਆਰਟੀ ਨੂੰ ਪੂਰਾ ਦੱਸਿਆ ਸੀ ਕਿ ਐਟਲੀਸਟ 12 ਸਾਲ ਦੇ ਬਾਅਦ ਸਾਨੂੰ ਰਿਕੋਗਨੀਸ਼ਨ ਮਿਲੀ, ਲੇਕਿਨ ਮਿਲੀ। ਇਹ ਇੱਕ ਬੜਾ ਅਸੀਂ ਇਹਨਾਂ ਦੇ ਬੜਾ ਥੈਂਕਫੁਲ ਹੈਗੇ ਆ ਆਇਰਿਸ਼ ਗਵਰਨਮੈਂਟ ਦੇ ਕਿ ਬਹੁਤ ਇਹਨਾਂ ਵੱਡਾ ਨੇ ਰਿਕੋਗਨੀਸ਼ਨ ਇੱਕ ਦਿੱਤੀ। ਪ੍ਰਾਪਤੀ ਕਹਿ ਲਓ ਤੁਹਾਡੇ ਯਤਨਾਂ ਸਦਕਾ ਜਾਂ ਸਾਰੀ ਤੇ ਜਿੰਨੇ ਵੀ ਲੋਕੀ ਉਹਦੇ ਬਾਅਦ ਹੁਣ ਇੱਕ ਲੜਕਾ ਹੈਗਾ, ਸਿੱਖ ਲੜਕਾ ਹੈਗਾ, ਮੈਨੂੰ ਯਾਦ ਹੈ ਉਹਦਾ, ਮਨਿੰਦਰ ਸਿੰਘ ਹੈ ਮੇਰੇ ਨਾਮ ਦਾ, ਉਸਨੇ ਜੁਆਇਨ ਕੀਤਾ ਗਾਰਡਰ ਟ੍ਰੇਨਿੰਗ ਦੇ, ਐਂਡ ਉਹ ਟ੍ਰੇਨਿੰਗ ਦੇ ਵਿਚਕਾਰ ਹੈਗਾ ਹਲੇ, ਐਂਡ ਆਈ ਥਿੰਕ ਹੀ ਵਿਲ ਬੀ ਦੀ ਫਸਟ ਰੈਗੂਲਰ ਗਾਰਡ ਆਏਗਾ ਜਿਹੜਾ ਪੂਰੇ ਸਰੂਪ ਵਿੱਚ ਹੈਗਾ। ਪੂਰੇ ਸਰੂਪ। ਪਰ ਇਸ ਤੋਂ ਪਹਿਲਾਂ ਵੀ ਕੋਈ ਗਾਰਡ ਹੈ? ਨਹੀਂ, ਪਹਿਲੇ ਰਵਿੰਦਰ ਸਿੰਘ ਗਏ ਸਨ, ਲੇਕਿਨ ਉਹਨਾਂ ਨੇ ਹਾਲੇ ਉਹਨੂੰ ਟ੍ਰੇਨਿੰਗ ਉਹਨਾਂ ਕਿਹਾ ਕਿ ਦੁਬਾਰਾ ਕਰਨੀ ਪਏਗੀ। ਹੁਣ ਪਤਾ ਨਹੀਂ ਮੈਨੂੰ ਕੀ ਹੈਗਾ, ਕਿਉਂਕਿ ਮੈਂ ਰਵਿੰਦਰ ਸਿੰਘ ਨਾਲ ਡਾਕਟਰ ਸਾਹਿਬ ਇਹ ਸਾਰੀਆਂ ਜਿਹੜੀਆਂ ਐਫਰਟ ਆ ਬਹੁਤ ਵਧੀਆ ਰੰਗ ਲੈ ਗਏ, ਤੁਸੀਂ ਮਾਨਤਾ ਦਵਾ ਦਿੱਤੀ, ਸਾਰੀ ਪਛਾਣ। ਆਪਾਂ ਹੁਣ ਗੱਲ ਕਰਦੇ ਤੁਹਾਡੀ ਫੈਮਿਲੀ, ਜਿਹੜੇ ਪਰਿਵਾਰ, ਤੁਸੀਂ ਕਿਹਾ ਪਰਿਵਾਰ ਤੋਂ ਬਗੈਰ ਚੱਲਦੇ ਨਹੀਂ। ਹਾਂਜੀ। ਤੁਹਾਡੀ ਵਾਈਫ ਉਹ ਵੀ ਜੌਬ ਕਰਦੇ ਨੇ, ਉਹ ਵੀ ਡਾਕਟਰੀ ਲਾਈਨ 'ਚ ਨੇ? ਨਹੀਂ, ਉਹ ਹਾਊਸ ਵਾਈਫ ਹੈ, ਟੋਟਲ ਹਾਊਸ ਵਾਈਫ ਹੈਗੀ। ਔਰ ਵੈਸੇ ਨਰਸ ਹੈਗੀ ਸੀ ਪਹਿਲੇ, ਥੀਏਟਰ ਨਰਸ ਹੈਗੀ ਸੀ, ਛੱਡ ਕੇ ਫਿਰ ਜਦੋਂ ਬੱਚਿਆਂ ਨੂੰ ਲੁੱਕ ਆਫਟਰ ਕੀਤਾ ਤਾਂ ਫਿਰ ਬੱਚਿਆਂ ਦੇ ਵਾਸਤੇ ਇਸੇ ਕਰਕੇ ਬੱਚੇ ਸਹੀ ਨਿਕਲੇ ਹੈਗੇ। ਬਿਲਕੁਲ, ਉਹਨਾਂ ਨੇ ਬੱਚਿਆਂ ਦਾ ਜਿਹੜਾ ਸੰਭਾਲ ਲਿਆ ਸਾਰਾ, ਉਹਨਾਂ ਨੇ ਹਾਊਸ ਘਰ ਦੀ ਜਿਹੜੀ ਗ੍ਰਹਿਣੀ ਹੁੰਦੀ ਹੈ ਨਾ, ਉਹ ਘਰ ਸੰਭਾਲਦੀ ਹੈ। ਤੇ ਕਿੰਨੇ ਸਾਲ ਤੁਹਾਡੀ ਆਪਣੀ ਮੈਰਿਜ ਲਾਈਫ ਨੂੰ? 40 ਸਾਲ। 40 ਸਾਲ। 40 ਸਾਲਾਂ ਦੇ ਵਿੱਚ ਤੁਹਾਡਾ ਪੂਰਾ ਸਾਥ ਜਿਹੜਾ ਤੁਹਾਡੀ ਵਾਈਫ ਦੇ ਸਾਥ ਪੂਰਾ ਸਾਥ, ਇਹਨਾਂ ਕੁਝ ਕਰਨਾ ਜਿਹੜਾ ਹਰ ਜਗ੍ਹਾ ਤੇ। ਹੁਣ ਵੀ ਜਿਸ ਤਰ੍ਹਾਂ ਮੈਂ ਹੈਗਾ, ਬਿਜ਼ੀ ਹੈਗਾ, ਅਸੀਂ ਫਿਰ ਡਬਲਿਨ ਸਿਟੀ ਇੰਟਰਫੇਥ ਫੋਰਮ ਬਣਿਆ, ਹਾਂਜੀ, ਉਹਦੇ ਵਿਚਕਾਰ ਸਿੱਖਾਂ ਦੀ ਪ੍ਰੈਜੈਂਟੇਸ਼ਨ ਪਾਈ, ਮੈਂ ਆਈ ਐਮ ਕੋ-ਫਾਊਂਡਰ ਫॉर दैट ਵਨ। ਅਸੀਂ 2016 ਚ ਇੰਟਰਫੇਥ ਚਾਰਟਰ ਲਿਖਿਆ ਡਬਲਿਨ ਸਿਟੀ ਦੇ ਕਾਉਂਸਲ ਦੇ ਨਾਲ, ਮੇਅਰ ਦੇ ਨਾਲ ਮਿਲ ਕੇ। ਉਹ ਚਾਰਟਰ ਪੂਰਾ ਹੈਗਾ, ਹੁਣ ਪੂਰੇ ਯੂਰਪ ਵਿੱਚ ਗਿਆ ਹੋਇਆ ਚਾਰਟਰ, ਬਈ ਇਹ ਹਾਂ ਜੀ ਇੰਟਰਫੇਥ ਦਾ ਕਿਸ ਤਰ੍ਹਾਂ ਸਰਵ ਸਨਮਾਨ ਧਰਮ, ਸਾਰੇ ਨੂੰ ਸਮਾਨਤਾ ਦਿਓ, ਤੁਸੀਂ ਸਾਰਿਆਂ ਨੂੰ ਮਾਣ ਦਿਓ, ਇਹ ਅਸੀਂ ਉਹਦੇ ਵਿਚਕਾਰ ਰਿਕੋਗਨਾਈਜ਼ ਕਰਵਾਇਆ ਹੈਗਾ। ਜਿਸ ਟਰਬਨ ਡੇ ਹੈਗਾ ਡਬਲਿਨ ਸਿਟੀ ਇੰਟਰਫੇਥ ਦੇ ਨਾਲ। ਟਰਬਨ ਡੇ ਜਿਹੜਾ ਉਹ ਤੁਸੀਂ ਹਾਂਜੀ ਹਰ ਸਾਲ ਮਨਾਉਂਦੇ ਆ। ਕਿੰਨੇ ਸਾਲਾਂ ਤੋਂ ਜਿਹੜਾ ਟਰਬਨ ਡੇ? ਮੈਂ 4-5 ਸਾਲ ਤੋਂ ਮਨਾ ਰਿਹਾ, 4-5 ਸਾਲ ਤੋਂ, ਕਿਉਂਕਿ ਉਹ ਕਈ ਵਾਰੀ ਦੋ ਜਗ੍ਹਾ ਤੇ ਮਨਾ ਦਿੰਦਾ ਸੀ। ਜਿੱਥੇ ਕੋਈ ਫੰਕਸ਼ਨ ਹੋ ਰਹੇ ਨੇ ਉੱਥੇ ਇੱਕ ਸਟਾਲ ਲਗਾ ਕੇ ਮੈਂ ਹੈਗਾ, ਔਰ ਰਣਜੀਤ ਸਿੰਘ ਰਾਣਾ ਆਉਂਦਾ, ਸੁਖਵਿੰਦਰ ਰੰਧਾਵਾ ਆਉਂਦਾ, ਸੁਖਜਿੰਦਰ ਰੰਧਾਵਾ, ਇਹ ਮੇਰੇ ਨਾਲ ਆ ਕੇ ਸਾਰੇ ਬੰਦੇ ਖੜੇ ਹੁੰਦੇ ਨੇ, ਤੇ ਇਹ ਪਗੜੀਆਂ ਸਾਡੇ ਕੋਲ ਹੈਗੀਆਂ, ਅਸੀਂ ਉਹਨਾਂ ਨੂੰ ਬੰਨ੍ਹਦੇ ਰਹਿੰਦੇ ਹਾਂ। ਮੈਂ ਆਰਗੇਨਾਈਜ਼ ਕਰਦਾ ਹੈਗਾ, ਇਹ ਯੰਗ ਬੰਦੇ ਮੇਰੇ ਨਾਲ ਚੱਲਦੇ ਨੇ, ਪਗੜੀ ਜਿਹੜੀ ਬਣ ਗਿਆ, ਮੈਂ ਵੀ ਬੰਦਾ ਹੈਗਾ, ਸਭ ਨੂੰ ਸਾਰਿਆਂ ਨੂੰ ਬੰਦਿਆ ਹੈਗਾ। ਤੇ ਇਹਦਾ ਅਸੀਂ ਜਿਸ ਤਰ੍ਹਾਂ ਹੋਰ ਰਿਲੀਜਨ ਦੇ ਬੰਦੇ ਹੈਗੇ ਨੇ ਉਹਨਾਂ ਨੂੰ ਬੰਦੇ ਆ ਪਗੜੀ, ਪਹਿਲੇ ਬੁੱਧਿਸਟ ਬਣੀ, ਉਹ ਸਾਰੇ ਫਿਰ ਸਾਰਾ ਦਿਨ ਉੱਥੇ ਫੰਕਸ਼ਨ ਦੇ ਵਿਚਕਾਰ ਘੁੰਮਦੇ ਨੇ ਪਗੜੀ ਬੰਨ ਕੇ। ਇਹ ਇੱਕ ਪ੍ਰੀਸਟ ਹੈਗਾ, ਇਹ ਵੀ ਬੜੀ ਵੱਡੀ ਪ੍ਰਾਪਤੀ। ਔਰ ਹਰ ਜਦੋਂ ਜਿੱਥੇ ਫੰਕਸ਼ਨ ਕਰਦੇ ਆ ਕੋਈ 100 ਕੋ ਬੰਦਿਆਂ ਨੂੰ ਪਗੜੀ ਬੰਨਦੇ ਆ, ਉਹ ਕੋਈ ਦੇ ਦਿੰਦੇ ਨੇ ਵਾਪਸ, ਕੋਈ ਨਹੀਂ ਦੇ, ਲੈ ਜਾਓ ਬਈ ਤੁਸੀਂ ਨਾਲ ਆਪਣੇ ਆਨਰ ਲੈ ਕੇ ਜਾਓ ਸਾਰੇ। ਇਹ ਵੀ ਚੱਲ ਰਿਹਾ ਹੈਗਾ ਹੁਣ ਸਿੱਖ ਧਰਮ ਦੇ ਨਾਲ। ਅਸੀਂ ਜਿਸ ਤਰ੍ਹਾਂ ਹੁਣ ਕੋਵਿਡ ਦੇ ਵਿਚਕਾਰ ਵੀ ਸਾਰੀ ਜਗ੍ਹਾ ਸਿੱਖ ਧਰਮ ਦੇ ਨਾਲ, ਪੋਪ ਦੇ ਕਹਿਣੇ ਤੇ ਵੀ ਸਿੱਖ ਧਰਮ ਦੀ ਪ੍ਰੇਅਰ ਕੀਤੀ ਇੱਥੇ ਜ਼ੂਮ ਦੇ ਉੱਤੇ, ਆਰਟੀ ਦੇ ਨਾਲ ਪ੍ਰੇਅਰ ਕੀਤੀਆਂ ਅਸੀਂ। ਇਹ ਸਾਰੀ ਚੀਜ਼ਾਂ ਅਸੀਂ ਆਪਣਾ ਮੈਸੇਜ ਪੂਰਾ ਪਾਸ ਔਨ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਜੇ ਗਵਰਨਮੈਂਟ ਦੀ ਗੱਲ ਕਰੀਏ ਡਾਕਟਰ ਸਾਹਿਬ, ਗਵਰਨਮੈਂਟ ਜਿਹੜੀ ਆਇਰਲੈਂਡ ਦੀ ਗਵਰਨਮੈਂਟ ਆ, ਉਹ ਕਿੰਨੀ ਸਪੋਰਟਡ ਆ? ਪੂਰੀ ਬੜੇ ਖੁਦ ਹੁਣ ਜੁਲਾਈ 2019 ਦੇ ਵਿਚਕਾਰ ਥੀਸ਼ਕ ਲਿਓ ਵਿਰਾਜਕਰ ਨੇ ਇੱਕ ਸੈਮੀਨਾਰ ਕੀਤਾ, ਪਲੈਨਰੀ ਸੈਸ਼ਨ ਕੀਤਾ, ਉਹਦੇ ਵਿਚਕਾਰ ਅਸੀਂ ਇਨਵਾਈਟਡ ਸਾਂ, ਮੈਂ ਇਨਵਾਈਟਡ ਸਾਂ ਉਹਦੇ ਵਿਚਕਾਰ ਅਸੀਂ ਪੂਰਾ ਦੱਸਿਆ, ਕਿਉਂਕਿ ਇਸ ਸਮੇਂ ਸਾਡੀ ਪ੍ਰੋਬਲਮ ਇਹ ਹੈ ਕਿ ਇਹਨਾਂ ਨੇ ਸਿੱਖ ਰਿਲੀਜਨ ਨੂੰ ਸਕੂਲ ਦੇ ਵਿਚਕਾਰ ਨਹੀਂ ਪੜ੍ਹਾ ਰਹੇ। ਅਸੀਂ ਕਿਹਾ ਤੁਸੀਂ ਸਿੱਖ ਰਿਲੀਜਨ ਨੂੰ ਸਕੂਲ ਦੇ ਵਿਚਕਾਰ ਪੜ੍ਹਾਓ। ਇਹ ਉੱਥੇ ਮਿਨਿਸਟਰ ਨੂੰ ਦੱਸਿਆ ਗਿਆ ਕਿ ਤੁਹਾਡੇ ਟੀਚਰਸ ਨੂੰ ਨਹੀਂ ਪਤਾ ਸਿੱਖੀਜ਼ਮ ਦੇ ਬਾਰੇ, ਤੁਸੀਂ ਪਹਿਲੇ ਟੀਚਰਸ ਨੂੰ ਟ੍ਰੇਨ ਕਰੋ, ਅਸੀਂ ਉਹਨਾਂ ਨੂੰ ਟ੍ਰੇਨ ਕਰਾਂਗੇ। ਅਸੀਂ ਗਾਰਡਨ ਨੂੰ ਵੀ ਕਿਹਾ ਹੈਗਾ ਤੁਹਾਨੂੰ ਜ਼ਰੂਰਤ ਹੈ, ਅਸੀਂ ਤੁਹਾਡੇ ਉੱਥੇ ਆ ਕੇ ਲੈਕਚਰ ਦੇ ਕੇ ਲੋਕਾਂ ਨੂੰ ਦੱਸਾਂਗੇ ਕਿ ਸਿੱਖੀਜ਼ਮ ਕੀ ਹੈਗਾ। ਅੱਜ ਮੈਂ ਹੈਗਾ, ਹੋਰ ਹੈਗੇ, ਸਾਡੇ ਬੰਦੇ ਤਿਆਰ ਹੋ ਰਹੇ ਹੈਗੇ ਕਮਿਊਨਿਟੀ ਦੇ ਵਿਚਕਾਰ, ਜਿਹੜੇ ਫਰੰਟ ਤੇ ਆਉਣਾ ਚਾਹੁੰਦੇ ਆ ਇਹਨਾਂ ਚੀਜ਼ਾਂ ਨੂੰ। ਤੇ ਇਹ ਚਲੋ ਸਰਕਾਰ ਦੀ ਜੇ ਗੱਲ ਕਰੀ, ਸਰਕਾਰ ਪੂਰੀ ਤਰ੍ਹਾਂ ਤੁਹਾਡੇ ਨਾਲ, ਤੁਹਾਡੀ ਮਦਦ ਬਿਲਕੁਲ ਮਦਦ ਕਰਦੀ ਹੈ ਜਿੱਥੇ ਜਿੱਥੇ ਹੈਗਾ।
ਤੇ ਜੇ ਆਪਾਂ ਗੱਲ ਕਰੀਏ ਕਿ ਆਪਾਂ ਚਲੋ ਸਿੱਖ ਧਰਮ ਦਾ ਸਾਡੀ ਜਗ੍ਹਾ ਤੇ ਹਮੇਸ਼ਾ ਬਣ ਜਾਂਦੀ ਹੈ, ਕੋਸ਼ਿਸ਼ ਕਰਦੇ ਕਿ ਕਲਚਰ, ਜਿੱਦਾਂ ਤੁਸੀਂ ਪ੍ਰਾਈਮ ਮਿਨਿਸਟਰ ਸਾਹਿਬ ਦੀ ਗੱਲ ਕੀਤੀ ਕਿ ਤੁਹਾਨੂੰ ਤੁਹਾਡੀ ਗੱਲ ਸੁਣਨ ਦਾ ਜਾਂ ਤੁਹਾਡੇ ਨਾਲ ਅਟੈਚ ਵੀ ਨੇ ਪਾਰਟੀ ਤੋਂ ਇਲਾਵਾ, ਕਿਉਂਕਿ ਸੋਸ਼ਲ ਐਕਟੀਵਿਟੀ ਦੇ ਵਿੱਚ ਜਾਂ ਕਲਚਰ ਐਕਟੀਵਿਟੀ ਬੜੇ ਇਨਵੋਲਵ, ਕੀ ਤੁਸੀਂ ਉਹਨਾਂ ਨੂੰ ਇੱਦਾਂ ਦੀ ਮੰਗ ਰੱਖੀ ਜਿਹਦੇ ਨਾਲ ਸਾਡੇ ਗੁਰੂ ਘਰ ਦਾ ਬਣਿਆ ਕੋਈ ਕਲਚਰ, ਇੱਕ ਇੱਦਾਂ ਦਾ ਸਾਡੇ ਕੋਲ ਜਗ੍ਹਾ ਹੋਵੇ ਜਿੱਥੇ ਅਸੀਂ ਸਾਰੇ ਬੱਚੇ ਜਿਹੜੇ ਨੇ ਸਾਡੇ ਬਹਿ ਕੇ ਇੱਕ ਲਾਇਬ੍ਰੇਰੀ ਦੇ ਨਾਲ ਇੱਕ ਕਲਚਰ ਐਕਟੀਵਿਟੀਆਂ ਵਾਸਤੇ ਵੀ ਜਗ੍ਹਾ ਮਿਲ ਜਾਏ, ਸਾਡੇ ਬੱਚੇ ਰਿਲੀਜਨ ਦੇ ਨਾਲ, ਕਲਚਰ ਦੇ ਨਾਲ ਵੀ ਜੁੜੇ ਰਹਿਣ। ਇਹ ਕੌਂਸਲ ਦੇ ਨਾਲ ਗੱਲ ਕਰਨੀ ਹੁੰਦੀ ਹੈ, ਔਰ ਕੌਂਸਲ ਦੇ ਨਾਲ ਗੱਲ ਕੀਤੀ ਹੈ। ਉਹਨਾਂ ਨੂੰ ਕਈ ਵਾਰੀ ਇਹਨਾਂ ਚੀਜ਼ਾਂ ਨੂੰ ਉਹਨਾਂ ਦੇ ਸਾਹਮਣੇ ਮੰਗ ਰੱਖੀ ਗਈ ਹੈਗੀ ਕਿ ਸਾਨੂੰ ਕਲਚਰ, ਉਹ ਕਹਿੰਦੇ ਅਸੀਂ ਕਲਚਰਲ ਕਮਿਊਨਿਟੀ ਵਾਸਤੇ ਨਹੀਂ ਦੇ ਸਕਦੇ, ਲੇਕਿਨ ਤੁਸੀਂ ਆਪਣਾ ਬਣਾਓ, ਅਸੀਂ ਤੁਹਾਨੂੰ ਸਪੋਰਟ ਕਰ ਦਾਂਗੇ। ਮੈਂ ਕਿਹਾ ਸਾਨੂੰ ਜ਼ਮੀਨ ਦੇ ਦਿਓ, ਸਾਨੂੰ ਖਾਲੀ ਜ਼ਮੀਨ ਚਾਹੀਦੀ ਹੈ ਤੁਹਾਡੇ ਕੋਲ, ਅਸੀਂ ਆਪਣੇ ਆਪ ਬਣਾ ਲਾਂਗੇ। ਇਹ ਜਿਹੜੀ ਕੋਸ਼ਿਸ਼ ਕਰ ਰਹੇ ਹੋ, ਕਿੱਥੋਂ ਤੱਕ ਇਹਨੂੰ ਕਿੰਨਾ ਕੁ ਅਜੇ ਕਹਿ ਲਓ ਕਿ ਬੂਰ ਲੱਗਾ ਜਾਂ ਨਹੀਂ, ਜਾਂ ਸ਼ੁਰੂਆਤ ਹੋਈ? ਇਹਦੀ ਸ਼ੁਰੂਆਤ ਹੀ ਹੈਗੀ ਹਾਲੇ, ਮਤਲਬ ਸ਼ੁਰੂਆਤ ਹੀ ਹੈਗੀ। ਵੀ ਆਰ ਟਾਕਡ ਵਿਦ ਦ ਕਾਉਂਸਲ ਨਾਲ ਗੱਲ ਕੀਤੀ ਹੈਗੀ, ਇੱਕ ਮਤਲਬ ਮੀਟਿੰਗਸ ਵਿੱਚ ਕਰ ਰਹੇ ਨਾਲ ਗੱਲ ਕੀਤੀ ਹੈ ਕਿ ਸਾਨੂੰ ਦਿਓ ਤੁਸੀਂ। ਉਹਨਾਂ ਕਿਹਾ ਤੁਸੀਂ ਸਾਰੇ ਮੰਗਦੇ ਨੇ ਜ਼ਮੀਨ, ਅਸੀਂ ਸਾਰਿਆਂ ਨੂੰ ਨਹੀਂ ਦੇ ਸਕਦੇ, ਲੇਕਿਨ ਤੁਸੀਂ ਅਗਰ ਜੇ ਪ੍ਰਾਈਵੇਟਲੀ ਖਰੀਦ ਲਓ ਤੇ ਉਹ ਅਸੀਂ ਤੁਹਾਨੂੰ ਪਰਮਿਸ਼ਨ ਦੇ ਦਾਂਗੇ ਉੱਥੇ ਬਣਾ ਕੇ। ਮਤਲਬ ਦੇ ਆਰ ਵਿਲਿੰਗ ਟੂ ਹੈਲਪ ਅਸ। ਡਾਕਟਰ ਸਾਹਿਬ, ਇਹ ਤੁਹਾਡੇ ਸਾਰੇ ਅਸੀਂ ਗੱਲਬਾਤ ਕੀਤੀ, ਮੈਂ ਫਿਰ ਇੱਕ ਵਾਰ ਤੁਹਾਡੇ ਪਰਿਵਾਰ ਦੇ ਵਿੱਚ ਆਉਣਾ। ਪਰਿਵਾਰ ਦੇ ਵਿੱਚ ਤੁਹਾਡੀ ਵਾਈਫ, ਤੁਸੀਂ ਕਹਿ ਰਹੇ ਕਿ ਪੂਰਾ ਉਹਨਾਂ ਨੇ ਤੁਹਾਡੀ ਹੈਲਪ ਕੀਤੀ ਜੀ। ਇਸ ਤੋਂ ਇਲਾਵਾ ਹੁਣ ਤੁਸੀਂ ਡਾਕਟਰੀ ਤੋਂ ਰਿਟਾਇਰਮੈਂਟ ਹੋ ਗਈ, ਤੁਹਾਡਾ ਗਾਂ ਫਿਊਚਰ ਦੇ ਵਿੱਚ ਕੀ ਫਿਊਚਰ ਵਿੱਚ ਕਰ ਰਹੀ ਹੈ ਕਿ ਜਿੱਥੇ ਅਸੀਂ ਆਪਣੀ ਕਮਿਊਨਿਟੀ ਨੂੰ ਹੈਗਾ ਇਹਨੂੰ ਹੋਰ ਅੱਗੇ ਲੈ ਕੇ ਜਾਈਏ, ਕਿਉਂਕਿ ਹੁਣ ਸਾਡੇ ਕੋਲ ਟਾਈਮ ਵੀ ਜ਼ਿਆਦਾ ਹੈ। ਪਰਿਵਾਰ ਕੀ ਸੋਚਦਾ ਇਸ ਬਾਰੇ? ਕਿ ਪਰਿਵਾਰ ਕਹਿੰਦਾ ਕਿ ਹੁਣ ਬਹੁਤ ਹੋ ਗਿਆ? ਨਾ ਕਹਿੰਦੇ ਕਿਉਂ ਨਹੀਂ, ਕਿੰਨੇ ਦਿਨ ਹੈਗੇ ਆ, ਜਦੋਂ ਤੱਕ ਹੈਗੇ ਆ ਸਿਰ ਉੱਚਾ ਕਰਕੇ ਜੀਏ। ਇੱਕ ਗੱਲ ਹੋਰ ਵੀ ਸੀ, ਜਦੋਂ ਕੋਵਿਡ-19 ਚੱਲ ਰਿਹਾ, ਤੁਸੀਂ ਇਹ ਵੀ ਮੈਂ ਚਰਚਾ ਵਿੱਚ ਆਇਆ ਕਿ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਫਿਰ ਇਹਨਾਂ ਨੂੰ ਗਵਰਨਮੈਂਟ ਨੂੰ ਆਫਰ ਕੀਤਾ ਕਿ ਮੈਂ ਤੁਹਾਡੀ ਸੇਵਾ ਦੇ ਵਿੱਚ ਆ ਜਾਵਾਂ ਜੀ। ਪਰ ਉਹ ਕਿਉਂਕਿ ਮੈਂ 65 ਤੋਂ ਉੱਪਰ ਹੈਗਾ, 69 ਦਾ ਹੈਗਾ ਮੈਂ, ਤਾਂ ਉਹਨਾਂ ਨੇ ਮੈਨੂੰ ਬੁਲਾਇਆ ਨਹੀਂ, ਲੇਕਿਨ ਅਗਰ ਜ਼ਰੂਰਤ ਪੈਂਦੀ ਤੇ ਦੇ ਵੁੱਡ ਹੈਵ ਕਾਲਡ ਮੀ। ਮੈਂ ਹਸਪੀਟਲ, ਆਪਣੇ ਹਸਪੀਟਲ ਨੂੰ ਇਨਫੋਰਮ ਕੀਤਾ ਹੋਇਆ ਸੀ ਬਈ ਤੁਹਾਨੂੰ ਜ਼ਰੂਰਤ ਹੋਏ ਮੈਂ, ਲੇਕਿਨ ਮੇਰੇ ਦੂਜੇ ਕੋਲੀਗ ਕਹਿੰਦੇ ਸੀ, ਉਹ ਕਹਿੰਦੇ ਸੀ ਲੋਕ you are too old to come here now, ਤੁਸੀਂ ਆਰਾਮ ਕਰੋ, ਜ਼ਰੂਰਤ ਹੋਏਗੀ ਤੇ ਅਸੀਂ ਬੁਲਾ ਲਾਂਗੇ। ਰਜਿਸਟ੍ਰੇਸ਼ਨ ਕਰਾ ਲਈ ਉਹਨਾਂ ਨੇ ਕੋਈ ਆਪਣੀ ਸੇਫਟੀ ਵਾਸਤੇ ਜਾਂ ਆਪਣੀ ਸੇਫਟੀ ਕਰਕੇ ਜਿਹੜੇ ਉਹ ਕਹਿੰਦੇ ਕਿ ਮਤਲਬ ਜਿੰਨੇ ਐਲਡਰਲੀ ਬੰਦੇ ਹੈਗੇ ਉਹਨਾਂ ਨੂੰ, ਕਿਉਂਕਿ ਜ਼ਿਆਦਾ, ਕਿਉਂਕਿ ਮੈਂ ਡਾਇਬੀਟੀਜ਼ ਵੀ ਹੈ, ਇਸ ਕਰਕੇ ਉਹਨਾਂ ਨੇ ਕਿਹਾ ਕਿ ਤੁਸੀਂ ਥੋੜਾ ਜਿਹਾ ਆਰਾਮ ਕਰੋ, ਜ਼ਰੂਰਤ ਹੋਏਗੀ ਜਦੋਂ ਆ ਹੀ ਜਾਏਗੀ। ਇਹ ਗਵਰਨਮੈਂਟ ਨੇ ਬਹੁਤ ਵਧੀਆ ਐਫਰਟ ਕੀਤੇ ਤੇ ਬੜੇ ਵਧੀਆ ਤਰੀਕੇ ਦੇ ਨਾਲ। ਆਪਾਂ ਗੱਲ ਕਰ ਰਹੇ ਹੁਣ ਰਿਟਾਇਰਮੈਂਟ ਦੀ ਜ਼ਿੰਦਗੀ ਤੇ ਪਹਿਲੀ ਜ਼ਿੰਦਗੀ 'ਚ ਕੀ ਫਰਕ ਦੀ ਮੌਜੂਦ ਹੈ? ਹੁਣ ਤੁਹਾਡੀ ਆਪਣੇ ਬਿਜ਼ੀ ਰੱਖਿਆ ਆਪਣੇ ਆਪ ਨੂੰ। ਦੇਖੋ ਨਾ ਹੁਣ ਵੀ ਕਿਤੇ ਤੁਹਾਡੀ ਰੁਟੀਨ ਕੀ ਹੈ ਸ਼ੁਰੂਆਤ ਸਵੇਰ ਤੋਂ ਲੈ ਕੇ ਸ਼ਾਮ ਤੱਕ, ਰਾਤ ਤੱਕ? ਆਪਣੇ ਪਾਠ ਕਰ ਲਓ ਨਾ। ਬਾਬਾ ਜੀ ਇਹ ਮਤਲਬ ਘਰ, ਅਸੀਂ ਉਹਨਾਂ ਦੇ ਘਰ ਰਹਿੰਦੇ ਹੈਗੇ, ਅਸੀਂ ਉਹ ਪਾਠ ਕਰਦੇ ਰਹਿੰਦੇ ਘਰ। ਜਿਸ ਤਰ੍ਹਾਂ ਹੋਰ ਵੀ ਬੱਚੇ ਜਿਹੜੇ ਹੈਗੇ, ਕਈ ਯੰਗ ਲੜਕੀਆਂ ਹੈਗੀਆਂ ਇੱਥੇ, ਮੇਰੀ ਸਿਸਟਰ, ਮੇਰੀ ਬੇਟੀ ਦੀ ਸਹੇਲੀਆਂ ਹੈਗੀਆਂ, ਮੇਰੀ ਵਾਈਫ ਦੇ, ਉਹ ਸਾਰੇ ਮਿਲ ਕੇ ਸੁਖਮਨੀ ਸਾਹਿਬ ਦਾ ਪਾਠ ਜ਼ੂਮ ਤੇ ਕਰਦੇ ਸਨ। ਤੇ ਉਹਨਾਂ ਦੇ ਨਾਲ ਮੈਂ ਬੈਠ ਕੇ ਉਹ ਜ਼ੂਮ ਤੇ ਉੱਤੇ ਕਰਨਾ ਹੈਗਾ, ਤੇ ਉਹਨਾਂ ਨੂੰ ਸਭ ਨੂੰ ਪਤਾ ਕਿ ਅੰਕਲ ਨਾਲ ਕਰੇਗਾ ਸਾਡੇ। ਤੇ ਹੋਰ ਇਸ ਤੋਂ ਇਲਾਵਾ ਕੋਈ ਹੋਰ ਐਕਟੀਵਿਟੀ ਜੇ ਕਿਤੇ ਜਾਂਦੇ ਹੋ ਆਪਣੇ ਬਿਜ਼ਨਸ? ਜਿਸ ਤਰ੍ਹਾਂ ਆਪਣੇ ਯੂਰੇਸ਼ੀਆ ਬਿਜ਼ਨਸ ਦੇਖ ਲਈਦਾ, ਡਬਲਿਨ ਸਿਟੀ ਇੰਟਰਫੇਅਰ ਦਾ ਹੈਗਾ ਕੰਮ, ਉਹ ਵੀ ਕਰਦੇ ਹੈਗਾ। ਜਿਸ ਤਰ੍ਹਾਂ ਮੈਂ ਕਾਲਿਫ ਦਾ ਹੈਗਾ ਸੀ, ਮੈਂ ਲਿਮਰਿਕ ਸਿਟੀ ਕਾਉਂਸਲ ਦੇ ਨਾਲ ਅਸੀਂ ਕੀਤਾ। ਮੈਕਸ ਆਰਥਰ ਮੈਕੌਲਿਫ ਇਹ ਇੰਡੀਆ 'ਚ ਰਿਹਾ ਹੈਗਾ, 1862-63 ਵਿੱਚ ਗਿਆ ਸੀ ਇੰਡੀਆ ਦੇ ਵਿਚਕਾਰ, ਬ੍ਰਿਟਿਸ਼ ਦੇ ਵਿਚਕਾਰ। ਇਹ ਡਿਵੀਜ਼ਨਲ ਜੱਜ ਰਿਟਾਇਰ ਹੋਇਆ ਪੰਜਾਬ ਦੇ ਵਿਚਕਾਰ ਐਟ ਦੈਟ ਟਾਈਮ, ਔਰ ਅਸਿਸਟੈਂਟ ਕਮਿਸ਼ਨਰ ਹੈਗਾ ਸੀ ਪੰਜਾਬ ਦਾ। ਇਹਨੇ ਜਦੋਂ ਪ੍ਰੋਫੈਸਰ ਸੁਰਦੂਲ ਸਿੰਘ ਨੂੰ ਮਿਲਿਆ ਤੇ ਇਹ ਬੜਾ ਇੰਪ੍ਰੈਸ ਹੋਇਆ ਸਿੱਖੀਜ਼ਮ ਤੋਂ। ਇਹਨੇ ਫਿਰ ਉਹਨਾਂ ਦੇ ਨਾਲ ਮਿਲ ਕੇ ਪੰਜਾਬੀ ਸਿੱਖੀ ਪੂਰੀ, ਔਰ ਇਹਨੇ ਗੁਰੂ ਗ੍ਰੰਥ ਸਾਹਿਬ ਦੀ 6-7 ਸਿੱਖਾਂ ਦੇ ਨਾਲ ਮਿਲ ਕੇ, ਜਿਹਦੇ 'ਚ ਭਾਈ ਕਾਨ ਸਿੰਘ ਨਾਭਾ ਇਹਨਾਂ ਦੇ ਨਾਲ ਸਨ, ਉਹਨਾਂ ਦੇ ਨਾਲ ਮਿਲ ਕੇ ਇਹਨੇ ਗੁਰੂ ਗ੍ਰੰਥ ਸਾਹਿਬ ਦੀ ਕਈ ਪਾਰਟਸ ਦੀ ਟ੍ਰਾਂਸਲੇਸ਼ਨ ਕੀਤੀ, ਔਰ ਪੂਰੀ ਸਿੱਖ ਹਿਸਟਰੀ ਲਿਖੀ, ਜਿਹੜੀ ਕਿ 6 ਵੋਲਿਊਮ ਵਿੱਚ ਕਿਤਾਬ ਹੈਗਾ, ਸਿੱਖ ਰਿਲੀਜਨ ਬਾਈ ਮੈਕਸ ਆਰਥਰ ਮੈਕੌਲਿਫ। ਔਰ ਉਹ ਬੰਦਾ ਜਿਹੜਾ ਹੈਗਾ ਆਇਰਿਸ਼ ਹੈਗਾ, ਬੌਰਨ ਇਨ ਆਇਰਿਸ਼, ਕੈਥਲਿਕ ਹੈਗਾ, ਗਾਲਵੇ ਯੂਨੀਵਰਸਿਟੀ ਤੋਂ ਨੇ ਡਿਗਰੀ ਕੀਤੀ ਸੀ ਆਪਣੀ। ਉਹ ਇੱਥੇ ਟੈਂਪਲ ਗਲੈਂਟਨ ਇੱਕ ਜਗ੍ਹਾ ਹੈਗੀ ਕਾਉਂਟੀ ਲਿਮਰਿਕ ਦੇ ਵਿਚਕਾਰ, ਉੱਥੇ ਸਕੂਲ ਦੇ ਵਿਚਕਾਰ ਪੜ੍ਹਿਆ, ਤੇ ਉੱਥੇ ਹੀ ਉਹਦੇ ਮਾਂ ਪਿਓ ਟੀਚਰ ਸਨ, ਹੈਡਮਾਸਟਰ ਸੀ ਪਿਓ, ਉਹ ਮਾਂ ਟੀਚਰ ਸੀ, ਉੱਥੇ ਹੀ ਸਕੂਲ ਦੇ ਅੰਦਰ ਰਹਿੰਦੇ ਸਨ।
ਹੁਣ ਅਸੀਂ ਜਦੋਂ ਪਤਾ ਕੀਤਾ ਉਹਦੇ ਬਾਰੇ ਸਾਰਾ, ਉਸ ਦੇ ਸਕੂਲ ਦੇ ਅੰਦਰ ਜਾ ਕੇ ਇੱਕ ਪਲੈਕ ਲਗਾਇਆ ਪੂਰਾ ਉਹਨੂੰ ਆਨਰ ਦੇਣ ਵਾਸਤੇ ਕਿ ਇਸਨੇ, ਉਹਨੂੰ ਅਸੀਂ 3 ਲੈਂਗੁਏਜ ਵਿੱਚ ਲਿਖਿਆ, ਅੰਗਰੇਜ਼ੀ, ਗੈਲਿਕ ਔਰ ਪੰਜਾਬੀ। ਹੁਣ ਪੰਜਾਬੀ ਲੈਂਗੁਏਜ ਲੋਕਾਂ ਨੂੰ ਪਤਾ ਤਾਂ ਲੱਗੇਗੀ ਨਾ, ਕੋਈ ਨਾ ਕੋਈ 100 ਚੋਂ ਇੱਕ ਬੰਦਾ ਸ਼ਾਇਦ ਹੀ ਇੰਟਰਸਟਿਡ ਹੋ ਜਾਏ ਕਿ ਇਹ ਲੈਂਗੁਏਜ ਕੀ ਲਿਖੀ ਹੋਈ ਹੈ, ਮੈਂ ਪੜ੍ਹਨਾ ਚਾਹੁੰਦਾ, ਇਹ ਮਕਾਲਿਫ ਦੇ ਬਾਰੇ 'ਚ ਹੈਗਾ। ਹੁਣ ਲਿਮਰਿਕ ਜਿਹੜੀ ਹੈਗੀ ਉਹਦੇ ਬਾਅਦ ਉਹਨਾਂ ਦੇ ਨਾਲ ਹੀ ਅਸੀਂ ਉਹਨਾਂ ਦੀ ਲਾਇਬ੍ਰੇਰੀ 'ਚ ਐਗਜ਼ੀਬਿਸ਼ਨ ਲਗਾਈ, ਕੁਝ ਲਾਇਬ੍ਰੇਰੀ ਨੂੰ ਬੁੱਕਸ ਦਿੱਤੀਆਂ, ਮੈਂ ਟ੍ਰਿਨਿਟੀ ਨੂੰ ਦਿੱਤੀਆਂ ਬੁੱਕਸ, ਕਾਰਕ ਯੂਨੀਵਰਸਿਟੀ ਨੂੰ ਬੁੱਕਸ ਦਿੱਤੀਆਂ। ਉਹਦੇ ਉੱਪਰ ਅਸੀਂ ਇੱਕ ਸੈਮੀਨਾਰ ਕਰਾਇਆ ਸੀ 2013 'ਚ, ਪਹਿਲਾ ਸੈਮੀਨਾਰ ਉਹਦੇ ਨਾਲ, ਤੇ ਉਸ ਸੈਮੀਨਾਰ ਦੇ ਵਿਚਕਾਰ ਮੈਂ ਕਾਲਿਫ ਨੂੰ ਆਨਰ ਦਿੱਤਾ ਗਿਆ ਸੀ ਔਰ ਸਾਨੂੰ ਲੋਕਾਂ ਨੂੰ ਪਤਾ ਲੱਗਿਆ ਸੀ ਸਿੱਖੀਜ਼ਮ ਦੇ ਉੱਤੇ ਅਸੀਂ ਕਿਹਾ ਸੀ ਰੀਪ੍ਰੈਜ਼ੈਂਟਿੰਗ ਸਿੱਖੀਜ਼ਮ। ਮੈਂ ਕਾਲਿਫ ਨੇ ਬਹੁਤ ਵੱਡਾ ਐਫਰਟ ਕੀਤਾ ਸੀ ਕਿ 1909 ਦੇ ਵਿਚਕਾਰ ਉਹਨੇ ਆਕਸਫੋਰਡ ਦੇ ਵਿਚਕਾਰ ਸਿੱਖੀਜ਼ਮ ਦੀ ਪ੍ਰੈਜ਼ੈਂਟੇਸ਼ਨ ਕੀਤੀ ਸੀ। ਅਸੀਂ ਉਹਦੇ ਧੰਨਵਾਦੀ ਹੈਗੇ। ਆਦੋ ਕੰਟਰੋਵਰਸੀਜ਼ ਹੈਗੀਆਂ, ਕਈ ਕੰਟਰੋਵਰਸੀਜ਼ ਕਰਦੇ ਆ ਲੋਕ, ਲੇਕਿਨ ਉਹਨੇ ਵੈਸਟਰਨ ਵਰਲਡ ਦੇ ਵਿਚਕਾਰ ਸਿੱਖੀਜ਼ਮ ਨੂੰ ਲੈ ਕੇ ਆਇਆ ਸੀ ਪੂਰੀ ਟ੍ਰਾਂਸਲੇਸ਼ਨ ਦੇ ਨਾਲ, ਔਰ ਉਹਨੂੰ ਅਸੀਂ ਇੱਥੇ ਆਨਰ ਦਵਾਇਆ। ਹੁਣ ਲਿਮਰਿਕ ਦੇ ਵਿਚਕਾਰ ਹੀ ਸਿੱਖੀਜ਼ਮ ਦੀ ਐਗਜ਼ੀਬਿਸ਼ਨ ਲੱਗੀ ਸੀ, ਮੈਂ 30 ਪੋਸਟਰ ਬਣਾਏ ਨੇ ਉਹਦੀ ਪੋਸਟਰ ਦੀ, ਲੇਕਿਨ ਕਿਉਂਕਿ ਜਿਸ ਦਿਨ ਇਨੌਗਰੇਸ਼ਨ ਹੋਣੀ ਸੀ ਉਸੇ ਦਿਨ ਹੀ ਕੋਵਿਡ ਦਾ ਜਿਹੜਾ ਉਹਦੇ ਕਰਕੇ ਲੱਗ ਗਿਆ, ਤੇ ਫਿਰ ਉਹ ਮੀਟਿੰਗ ਅਸੀਂ ਕੈਂਸਲ ਕਰ ਦਿੱਤੀ। ਪੋਸਟਰ ਲੱਗੇ ਹੋਏ ਉੱਥੇ, ਉਹਦਾ ਦੀ ਲਾਇਬ੍ਰੇਰੀਜ਼ ਲੱਗੇ ਹੋਏ ਨੇ, ਸੇਂਟ ਮੈਰੀਜ਼ ਇਮੈਕੂਲੇਟ ਕਾਲਜ। ਡਾਕਟਰ ਸਾਹਿਬ, ਜੇ ਇਹ ਸਾਰੀਆਂ ਜਿਹੜੇ ਐਫਰਟ ਆ ਤੁਸੀਂ ਬਹੁਤ ਵਧੀਆ ਐਪਰੀਸ਼ੀਏਟ ਕਰਨ ਵਾਲੀ ਗੱਲ, ਹੁਣ ਗਾਂ ਦੇ ਵਿੱਚ ਕੀ ਪਲਾਨਿੰਗ ਤੁਹਾਡੇ ਆਉਣ ਵਾਲੇ ਦਿਨਾਂ ਦੇ ਵਿੱਚ, ਕੀ ਤੁਸੀਂ ਚਾਹੁੰਦੇ ਹੋ ਕਿ ਕੀ ਹੋਰ ਵੀ ਅਸੀਂ ਚਾਹੁੰਦੇ ਹਾਂ ਕਿ ਸਾਡੀ ਜਿਹੜਾ ਕਲਚਰ ਜਿਹੜਾ ਨਾ ਉਹ ਵੀ ਡਿਵੈਲਪ ਹੋਵੇ ਤੇ ਨਾਲ ਹੀ ਸਿੱਖੀਜ਼ਮ ਵੀ, ਰਿਲੀਜਨ ਦੇ ਨਾਲ ਦੋਨੋਂ ਕਿ ਜਿਹੜੇ ਸਾਡੇ ਬੱਚੇ ਨੇ ਰਿਲੀਜ ਦਾ ਨਾਲ ਆਪਣੇ ਆਪਣਾ ਕਲਚਰ ਵੀ ਪੂਰਾ ਸਿੱਖਣਾ, ਕਿਉਂਕਿ ਜਦੋਂ ਮਾਂ ਬੋਲੀ ਸਭ ਤੋਂ ਪਹਿਲੇ ਨਹੀਂ ਆਏਗੀ ਨਾ ਸਾਨੂੰ, ਫਿਰ ਅਸੀਂ ਅੱਗੇ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਕਿਸ ਤਰ੍ਹਾਂ ਪੜਾਂਗੇ, ਕਿਸ ਤਰ੍ਹਾਂ ਸਮਝਾਂਗੇ। ਉਹ ਕਹਿੰਦੇ ਆ ਕਿ ਪਿਓ ਦੇ ਨਾਲ ਗੱਲ ਕਰਨੀ ਹੈ, ਪਿਓ ਦੇ ਨਾਲ ਗੱਲ ਕਰਨੀ ਹੈ ਤਾਂ ਪਿਓ ਦੀ ਲੈਂਗੁਏਜ ਤੇ ਆਣੀ ਚਾਹੀਦੀ ਹੈ। ਬਿਲਕੁਲ, ਅਗਰ ਪਿਓ ਦੀ ਲੈਂਗੁਏਜ ਹੀ ਨਹੀਂ ਆਉਂਦੀ ਤੇ ਫਿਰ ਉਹਦੇ ਨਾਲ ਕੀ ਗੱਲ ਕਰੇ, ਫਿਰ ਤਾਂ ਗੂੰਗਾ ਹੋਇਆ ਜਾਂ ਉਹ ਇੱਕ ਬਰਾਬਰ ਹੈ। ਪਰ ਆਪਾਂ ਕਿਸੇ ਨਾ ਕਿਸੇ ਤਰੀਕੇ ਕੌਂਸਲ ਦੇ ਨਾਲ, ਜਿੱਦਾਂ ਮੰਨ ਲਓ ਹੁਣ ਗਵਰਨਮੈਂਟ ਦਾ ਸਥਾਈ ਹੈ, ਜਦੋਂ ਸਥਾਈ ਗਵਰਨਮੈਂਟ ਬਣਦੀ ਹੈ, ਕਿ ਹੁਣ ਅਸੀਂ ਸਾਰੇ ਮਿਲ ਕੇ ਇੱਕ ਵਾਰ ਫੇਰ ਕੋਸ਼ਿਸ਼ ਕੀਤੀ ਜਾਏ ਕਿ ਸਾਨੂੰ ਕਿਤੇ ਨਾ ਕਿਤੇ ਥੋੜੀ ਬਹੁਤ ਜਗ੍ਹਾ ਦਿੱਤੀ ਜਾਏ, ਤਾਂ ਜੋ ਜਾਂ ਘੱਟ ਪੈਸੇ ਦਿੱਤੀ ਜਾਏ ਤੇ ਬਾਕੀ ਪੈਸੇ ਅਸੀਂ ਅਰੇਂਜ ਕਰ ਦਈਏ ਕਿ ਕਲਚਰ ਸੈਂਟਰ ਬਣ ਜਾਏ, ਜਿਹਦੇ ਨਾਲ ਸਾਡਾ ਜਿਹੜਾ ਰਿਲੀਜਨ ਦੇ ਨਾਲ ਜਿਹੜਾ ਕਲਚਰ ਵੀ ਨਹੀਂ ਬਣੇਗਾ। ਅਗਰ ਜੇ ਕਮਿਊਨਿਟੀ ਚਾਹੇ ਤੇ ਕਿਤੇ ਨਾ ਕਿਤੇ, ਕਿਉਂਕਿ ਕਈ ਜਗ੍ਹਾ ਈਵਨ ਮਾਰਕੀਟ ਪ੍ਰਾਈਸ ਤੇ ਵੀ, ਹੁਣ ਦੇਖੋ ਰਿਸੈਸ਼ਨ ਵੀ ਆ ਰਹੀ ਹੈਗੀ, ਮਾਰਕੀਟ ਪ੍ਰਾਈਸ ਤੇ ਵੀ ਖਰੀਦਣੀ ਪਵੇ ਤੇ ਕਮਿਊਨਿਟੀਜ਼ ਖਰੀਦ ਸਕਦੀ। ਬਹੁਤ ਵਧੀਆ ਕਮਿਊਨਿਟੀ ਇੱਥੇ ਸਾਡੀ ਹੋ ਗਈ, ਕਮਿਊਨਿਟੀ ਹੋ ਗਈ। 01 ਦੇ ਵਿਚਕਾਰ ਇਤਨੇ ਸਟੂਡੈਂਟਸ ਆਏ ਇੱਥੇ, ਉਹ ਸਾਰੇ ਇੱਥੇ ਹੁਣ ਸੈਟਲ ਹੈਗੇ, ਉਹਨਾਂ ਨੇ ਪ੍ਰੋਬਲਮਸ ਦੇਖੀਆਂ, ਬਿਲਕੁਲ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਗੁਰਦਾਰੇ ਦੇ ਵਿਚਕਾਰ ਅਕਮੋਡੇਟ ਕੀਤਾ ਔਰ ਕਿਸ ਤਰ੍ਹਾਂ ਕੀ ਨਹੀਂ ਕੀਤਾ। ਹੁਣ ਉਹ ਆਪਣੇ ਪੈਰਾਂ ਤੇ ਖੜੇ ਨੇ ਔਰ ਉਹ ਮੰਨਦੇ ਨੇ ਕਿ ਹਾਂ ਜੀ ਜਿਹੜੀ ਕਮਿਊਨਿਟੀ ਉਸ ਸਮੇਂ ਹੈਗੀ ਸੀ ਉਹਨਾਂ ਨੇ ਸਾਡੀ ਹੈਲਪ ਕੀਤੀ ਹੈਗੀ। ਡਾਕਟਰ ਸਾਹਿਬ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਨ ਦੇ, ਕਿਉਂਕਿ ਸਮਾਂ ਜਿਹੜਾ ਉਹ ਤੁਹਾਨੂੰ ਪਤਾ ਹੀ ਹੈ ਕਿਸੇ ਦਾ ਬੇਸਨੀ ਸਮੇਂ ਦੇ ਨਾਲ ਚੱਲਣਾ ਪੈਂਦਾ। ਤੁਹਾਡੇ ਨਾਲ ਤੁਹਾਡੀ ਜ਼ਿੰਦਗੀ ਬਾਰੇ, ਤੁਹਾਡੇ ਐਫਰਟ ਬਾਰੇ ਸਾਡੇ ਰੇਡੀਓ ਪੰਜਾਬੀ ਤੇ ਆਇਰਿਸ਼ ਪੰਜਾਬੀ ਤੇ ਤਾਂ ਪੰਜਾਬੀ ਚੈਨਲ ਨੂੰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੰਨੇ ਐਪਰੀਸ਼ੀਏਟ ਕਰਕੇ ਇਹਨਾਂ ਆਇਰਲੈਂਡ ਦੇ ਵਿੱਚ ਆਇਰਿਸ਼ ਲੋਕਾਂ ਨੂੰ ਆਪਣੀ ਪਹਿਚਾਣ ਜਿਹੜੀ ਹੈ ਬੜੇ ਨਜ਼ਦੀਕੀ ਹੋ ਗਈ। ਦੇਖੋ ਇੱਥੇ ਕ੍ਰਾਈਸਟ ਚਰਚ ਹੈਗਾ, ਅਸੀਂ ਕ੍ਰਾਈਸਟ ਚਰਚ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਨੂੰ ਜਾ ਕੇ ਤੇ ਪੂਰਾ ਗੁਰਦੁਆਰਾ ਕਨਵਰਟ ਕੀਤਾ ਸੀ ਉਸ ਦਿਨ ਉਹਨੂੰ 550 ਤੇ। ਔਰ ਇਹ ਜਿਹੜੇ ਉੱਥੇ ਦਾ ਡੀਨ ਹੈਗੇ ਸੀ, ਉਹਨਾਂ ਨੇ ਸਾਡੀ ਹੈਲਪ ਕੀਤੀ। ਉਹ ਕਹਿੰਦੇ ਤੁਸੀਂ ਲੈ ਕੇ ਆਓ। ਮੈਂ ਤਾਂ ਕਿਹਾ ਸੀ ਵੀ ਅਸੀਂ ਐਗਜ਼ੀਬਿਸ਼ਨ ਲਗਾਉਣਾ ਚਾਹੁੰਦੇ ਆ, ਉਹ ਕਹਿੰਦਾ ਨਹੀਂ ਤੁਸੀਂ ਗੁਰੂ ਗ੍ਰੰਥ ਸਾਹਿਬ ਲੈ ਕੇ ਆਓ, ਸਟੇਜ ਬਣਾਓ ਪੂਰੀ। ਬਹੁਤ ਵਧੀਆ ਐਫਰਟ ਨੇ ਸਾਰੇ ਜਿਹੜੇ ਨੇ, ਇੱਥੇ ਲੰਗਰ ਵੰਡਿਆ ਲੋਕਾਂ ਨੂੰ, ਸਭ ਕੁਝ ਕੀਤਾ। 150-200 ਬੰਦਾ ਸੀ। ਬਿਲਕੁਲ। ਅਸੀਂ ਔਰ ਉਹ ਜਿਹੜੀ ਬਿਲਡਿੰਗ ਹੈਗੀ, ਚਰਚ ਦੀ ਬਿਲਡਿੰਗ ਹੈਗੀ ਕ੍ਰਾਈਸਟ ਚਰਚ ਦੀ, 1300 ਸਾਲ ਪੁਰਾਣੀ ਹੈਗੀ। ਹੁਣ ਉੱਥੇ ਐਗਜ਼ੀਬਿਸ਼ਨ ਲੱਗੀ ਦੀ 2 ਹਫ਼ਤੇ, ਕਈ ਲੋਕਾਂ ਨੇ ਦੇਖੀ ਹੁਣ ਉੱਥੇ ਰੋਜ਼। ਬਿਲਕੁਲ, ਬਹੁਤ ਸਾਰੇ ਲੋਕਾਂ ਨੇ, ਕਿਉਂਕਿ ਇਹ ਇੱਕ ਜਿਹੜੀ ਪਹਿਚਾਣ ਸਾਡੀ ਜਿਹੜੀ ਲੋਕਾਂ ਤੱਕ ਪਹੁੰਚਾਣੀ, ਕਿਉਂਕਿ ਇੱਥੇ ਲੋਕ ਜਿਹੜੇ ਨੇ ਉਹ ਪਹਿਲਾਂ ਪਤਾ ਹੀ ਨਹੀਂ ਸੀ, ਉਹਨਾਂ ਨੂੰ ਇੰਨੇ ਜ਼ਿਆਦਾ ਅਟੈਚ ਨਹੀਂ ਸੀ, ਪਰ ਹੁਣ ਕਿਤੇ ਨਾ ਕਿਤੇ ਇਸ ਦਾ ਪੋਜ਼ਿਟਿਵ ਜਿਹੜਾ ਸਾਹਮਣੇ ਚੀਜ਼ਾਂ ਆ ਗਈਆਂ। ਨਗਰ ਕੀਰਤਨ ਵੀ ਇੱਕ ਵਾਰੀ ਨਿਕਲਿਆ, ਉਹਦੇ ਕਰਕੇ ਵੀ ਮਤਲਬ ਬਹੁਤ ਕਾਫੀ ਪਤਾ ਲੱਗਦਾ ਹੈਗਾ ਹਰ ਚੀਜ਼ ਦੇ ਬਾਰੇ। ਹਰ ਸਿੰਗਲ ਜਿਹੜੀ ਛੋਟੀ ਤੋਂ ਛੋਟੀ ਚੀਜ਼ ਹੈਗੀ, ਕੋਸ਼ਿਸ਼ ਜਿਹੜੀ ਉਹ ਵੀ ਰੰਗ ਲੈ ਕੇ ਆਉਂਦੀ ਹੈ, ਉਹਦਾ ਕਿਤੇ ਨਾ ਕਿਤੇ ਮਾਰਕ ਕਰਾਂਗਾ। ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ, ਕਿਉਂਕਿ ਤੁਹਾਡੇ ਨਾਲ ਬੜਾ ਵਧੀਆ ਲੱਗਾ ਗੱਲਾਂ ਕਰਕੇ। ਆਪਾਂ ਬਹੁਤ ਜਲਦੀ ਫੇਰ ਦੂਜੇ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਹੋਰ ਜਿਹੜੀਆਂ ਬਹੁਤ ਸਾਰੇ ਜਿਹੜੇ ਗੱਲਾਂ ਦਾ ਖਜ਼ਾਨਾ ਉਹ ਲੈ ਕੇ ਆਪਣੇ ਦਰਸ਼ਕਾਂ ਤੱਕ ਆਵਾਂਗੇ। ਸਾਡਾ ਵਾਅਦਾ ਰਿਹਾ। ਬਹੁਤ ਬਹੁਤ ਮਿਹਰਬਾਨੀ, ਤੁਸੀਂ ਸਾਡੇ ਨਾਲ ਅੱਜ ਆਪਣਾ ਬੜਾ ਕੀਮਤੀ ਟਾਈਮ
ਬਹੁਤ ਰਿੰਪੀ ਜੀ ਤੁਹਾਡੇ ਨਾਲ ਮਿਲ ਕੇ ਬਹੁਤ ਅੱਛਾ ਲੱਗਿਆ ਗੱਲ ਕਰਕੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਸੀ ਡਾਕਟਰ ਜਸਵੀਰ ਸਿੰਘ ਪੁਰੀ ਜੀ, ਜਿਨ੍ਹਾਂ ਨੇ ਤੁਹਾਨੂੰ ਬਹੁਤ ਕੁਝ ਆਇਰਲੈਂਡ ਦੇ ਵਿੱਚ ਰਹਿੰਦੇ ਸਾਡੀ ਕਮਿਊਨਿਟੀ ਬਾਰੇ ਚਾਨਣ ਪਾਇਆ ਤੇ ਆਇਰਲੈਂਡ ਲੋਕਾਂ ਨੂੰ ਆਪਣੀ ਪਹਿਚਾਣ ਦੱਸਣ ਵਾਸਤੇ ਬੜਾ ਵੱਡਾ ਯੋਗਦਾਨ ਪਾਇਆ। ਇਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਆਇਰਲੈਂਡ ਦੇ ਵਿੱਚ ਆ ਕੇ ਆਪਣੀ ਪਹਿਚਾਣ ਬਣਾਈ। ਉਹ ਸਾਰੀ ਪਹਿਚਾਣ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ। ਦਾ ਪੰਜਾਬੀ ਆਇਰਲੈਂਡ ਸਾਡਾ YouTube ਦਾ ਚੈਨਲ ਹੈ। ਜੇ ਤੁਸੀਂ ਸਾਡਾ YouTube ਦਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਦਾ ਆਇਰਲੈਂਡ ਤਾਂ ਪੰਜਾਬੀ ਆਇਰਲੈਂਡ ਨੂੰ ਸਬਸਕ੍ਰਾਈਬ ਕਰਕੇ ਤੁਹਾਨੂੰ ਬਹੁਤ ਜਲਦੀ ਇੱਕ ਨਵੀਂ ਸ਼ਖਸੀਅਤ ਦੇ ਨਾਲ ਫਿਰ ਤੁਹਾਨੂੰ ਮਿਲਦੇ ਆ ਜੀ। ਰਿੰਪੀ ਪੰਜਾਬੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।